स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੂਰੇ ਸੂਬੇ ਦੇ ਵਿੱਚ ਰੇਤੇ ਦੇ ਮਹਿਲ ਹਲੇ ਵੀ ਉਸਰ ਰਹੇ ਨੇ। ਥਾਂ ਥਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਜਦਕਿ ਜਦੋਂ ਬਾਰਿਸ਼ਾਂ ਦੇ ਦਿਨ ਹੁੰਦੇ ਨੇ, ਮੌਨਸੂਨ ਹੁੰਦਾ, 3 ਮਹੀਨੇ ਤਾਂ ਵੈਸੇ ਹੀ ਤੁਸੀਂ ਮਾਈਨਿੰਗ ਨਹੀਂ ਕਰ ਸਕਦੇ, ਭਾਵੇਂ ਉਹ ਲੀਗਲ ਹੈ ਭਾਵੇਂ ਇਲੀਗਲ ਹੈ। ਬਹੁਤ ਸਾਰੀਆਂ ਥਾਵਾਂ ਤੇ ਹਲੇ ਵੀ ਮਾਈਨਿੰਗ ਹੋ ਰਹੀ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਮੋਗੇ ਦੇ ਵਿੱਚ ਮਾਈਨਿੰਗ ਹੁੰਦੀ ਹੈ, ਵਾਰ-ਵਾਰ ਦਰਖਾਸਤਾਂ ਦੇਣ ਤੋਂ ਬਾਅਦ, ਵਾਰ-ਵਾਰ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਧੱਕੇ ਖਾਣ ਤੋਂ ਬਾਅਦ ਵੀ ਜਦੋਂ ਇਨਸਾਫ ਨਹੀਂ ਮਿਲਦਾ, ਜਦੋਂ ਇਹ ਮਾਈਨਿੰਗ ਨਹੀਂ ਰੁਕਦੀ, ਤਾਂ ਚੰਡੀਗੜ੍ਹ ਆ ਕੇ ਕਿਸਾਨਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਦੁਹਾਈ ਪਾਣੀ ਪੈਂਦੀ ਹੈ ਕਿ ਥੋੜਾ ਜਿਹਾ ਤਰਸ ਖਾਓ ਸਾਡੇ ਖੇਤਾਂ ਤੇ, ਸਾਡੇ ਤੇ, ਕਿ ਮਾਈਨਿੰਗ ਜਿਹੜੀ ਹੈ 30-30 ਫੁੱਟ ਡੂੰਘੇ ਤੁਸੀਂ ਟੋਏ ਪੁੱਟਦੇ ਨੇ, ਅਸੀਂ ਕਿੱਥੇ ਜਾਵਾਂਗੇ। ਜਦੋਂ ਪਠਾਨਕੋਟ ਦੇ ਨਾਲ ਲੱਗਦੇ ਪਹਾੜਾਂ ਤੋਂ 30-30 ਫੁੱਟ ਤੋਂ ਵੱਧ ਰੇਤਾ ਕੱਢੀ ਜਾਂਦੀ ਹੈ ਔਰ ਜਦੋਂ ਇਹ ਦਾਅਵਾ ਕੀਤਾ ਜਾਂਦਾ ਕਿ ਮਾਈਨਿੰਗ ਹੋ ਨਹੀਂ ਰਹੀ, ਔਰ ਤਸਵੀਰਾਂ ਇਹ ਦਿਖਾਉਂਦੀਆਂ ਨੇ ਕਿ ਰਾਤ ਨੂੰ ਵੀ ਮਾਈਨਿੰਗ ਹੋ ਰਹੀ ਹੈ। ਸਾਡੇ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਪੂਰੀਆਂ ਲਾਰਾਂ ਦੀਆਂ ਲਾਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਟਿੱਪਰ ਭਰ ਕੇ ਜਾਂਦੇ ਨੇ। 1 ਦਰਜਨ ਤੋਂ ਵੱਧ ਟਿੱਪਰ ਲਗਾਤਾਰ ਜਾਂਦੇ ਹੋਏ ਤੁਹਾਨੂੰ ਦਿਖਾਵਾਂਗੇ ਰਾਤ ਦੇ ਹਨੇਰੇ ਵੇਲੇ ਕਿਵੇਂ ਉੱਥੇ ਮਾਈਨਿੰਗ ਹੋ ਰਹੀ ਹੈ। ਪਰ ਇਸ ਸਭ ਦੇ ਬਾਵਜੂਦ ਵੱਡੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮਾਈਨਿੰਗ ਅਸੀਂ ਨਹੀਂ ਕਰਨ ਦੇਣੀ। ਸਖਤ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਨੇ। ਜ਼ਿਲ੍ਹੇ ਦਾ ਐਸਐਸਪੀ, ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਹੋਏਗਾ ਜੇ ਨਾਜਾਇਜ਼ ਖਣਨ ਹੋਈ ਤਾਂ। ਹੁਣ ਇਹ ਜ਼ਿੰਮੇਵਾਰੀ ਕੌਣ ਤੈਅ ਕਰੇਗਾ? ਇਹ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਹੋ ਪਾ ਰਹੀ? ਹਲੇ ਵੀ ਨਾਜਾਇਜ਼ ਖਣਨ ਕਿਉਂ ਚੱਲ ਰਿਹਾ? ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਨਾਲ ਇੱਕ ਲੰਬਾ ਚੌੜਾ ਪੈਨਲ ਹੈ ਜਿਹੜਾ ਇਸ ਪੂਰੇ ਮੁੱਦੇ ਤੇ ਸਾਡੇ ਨਾਲ ਵਿਚਾਰਾਂ ਸਾਂਝੀਆਂ ਕਰੇਗਾ। ਵਿਰਸਾ ਸਿੰਘ ਵਲਟੋਹਾ ਸਾਹਿਬ ਸਾਡੇ ਨਾਲ ਮੌਜੂਦ ਨੇ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ। ਡਾਕਟਰ ਨਵਜੋਤ ਦਈਆ ਸਾਹਿਬ ਮੌਜੂਦ ਨੇ, ਬੁਲਾਰੇ ਨੇ ਪੰਜਾਬ ਕਾਂਗਰਸ ਦੇ। ਅਰਵਿੰਦ ਮਿੱਤਲ ਸਾਹਿਬ ਮੌਜੂਦ ਨੇ, ਬੁਲਾਰੇ ਨੇ ਪੰਜਾਬ ਬੀਜੇਪੀ ਦੇ। ਸੁਖਬੀਰ ਬਾਜਵਾ ਸਾਹਿਬ ਸੀਨੀਅਰ ਪੱਤਰਕਾਰ ਨੇ। ਫੁੰਮਣ ਸਿੰਘ ਵੀ ਨੇ, ਕਿਸਾਨ ਨੇ, ਔਰ ਇਹ ਖਾਸ ਤੌਰ ਤੇ ਇਹ ਮੋਗਾ ਤੋਂ ਆਏ ਨੇ ਕਿਉਂਕਿ ਲਗਾਤਾਰ ਉੱਥੇ ਮਾਈਨਿੰਗ ਹੋ ਰਹੀ ਹੈ ਔਰ ਬੜੀ ਵਾਰ ਇਹਨਾਂ ਨੇ ਸ਼ਿਕਾਇਤਾਂ ਵੀ ਕੀਤੀਆਂ ਨੇ। ਉਹਨਾਂ ਸ਼ਿਕਾਇਤਾਂ ਦੇ ਬਾਵਜੂਦ ਇਹਨਾਂ ਦੀ ਫਰਿਆਦ ਨਹੀਂ ਸੁਣਨ ਜਾ ਰਹੀ। ਮੈਂ ਇੱਕ ਵਾਰ ਪਹਿਲਾਂ ਇੱਕ ਵੀਡੀਓ ਚਲਾ ਦਈਏ, ਉਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਡਿਬੇਟ। ਆ ਦੇਖੋ ਜੀ, ਅੱਜ 28 ਜੁਲਾਈ ਦਿਨ ਸ਼ਨੀਵਾਰ ਤੇ ਟਾਈਮ ਹੋ ਚੁੱਕਾ ਹੈ ਜੀ 5:16। ਇਹ ਦੇਖੋ ਜੀ, ਨਜਾਇਜ਼ ਮਾਈਨਿੰਗ ਚੱਲ ਰਹੀ ਆ। ਦੇਖੋ ਸਾਡੀ ਉਪਜਾਊ ਜ਼ਮੀਨ, ਝੋਨਾ ਲੱਗਿਆ ਹੋਇਆ ਜੀ, ਉਹਦੇ ਬਿਲਕੁਲ ਨਾਲ ਇਹ ਪਾਈਪਲਾਈਨ ਚੱਲ ਰਹੀ ਆ ਜੀ। ਹਾਂਜੀ, ਇਹ ਬਹੁਤ ਹੀ ਜ਼ਿਆਦਾ ਨਜਾਇਜ਼ ਮਾਈਨਿੰਗ ਹੋ ਰਹੀ ਆ। ਇਹ ਦੇਖੋ ਅੱਜ ਦੀ ਤਰੀਕ ਹੈ 28 ਜੁਲਾਈ ਦਿਨ ਸ਼ਨੀਵਾਰ। ਇਹ ਕੰਪਲੇਂਟ ਕਰਨ ਦੇ ਬਾਵਜੂਦ ਵੀ ਇਹ ਮਾਈਨਿੰਗ ਹੋ ਰਹੀ ਹੈ ਜੀ। ਇਹ ਜੋ ਮਾਈਨਿੰਗ ਹੈ ਜੀ, ਅਸੀਂ ਇਹ ਕੰਪਲੇਂਟ CMO, ਵਿੱਤ ਮੰਤਰੀ ਅਤੇ ਹੋਰ ਸਾਰੇ ਸੱਜਣਾਂ ਨੂੰ ਕੀਤੀ ਸੀਗੀ ਤੇ ਇਸ ਦੇ ਬਾਵਜੂਦ ਪ੍ਰਸ਼ਾਸਨ ਕੋਈ ਵੀ ਅਜੇ ਤੱਕ ਐਕਸ਼ਨ ਨਹੀਂ ਲੈ ਰਿਹਾ। ਤਾਂ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹ ਨਜਾਇਜ਼ ਮਾਈਨਿੰਗ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਤਾਂ ਜੋ ਆਉਣ ਵਾਲੇ ਟਾਈਮ 'ਚ ਕਿਸਾਨ ਵੀਰਾਂ ਨੂੰ ਜਾਂ ਸਾਨੂੰ ਵੀ ਇਸ ਇੱਕ ਦੇਖੋ ਜੀ, ਉਹ ਪਰਲੇ ਪਾਸੇ ਚੱਲਦੀ ਪਾਈਪਲਾਈਨ 2 ਚੱਲ ਰਹੀਆਂ ਨੇ ਜੀ। ਇਹ ਨਜਾਇਜ਼ ਮਾਈਨਿੰਗ ਹੈ ਜੀ। ਦੇਖੋ ਸਿਰਫ 2 ਕਿੱਲੇ ਮਨਜ਼ੂਰ ਸੀਗੇ ਤੇ ਇਹਨਾਂ ਨੇ ਹੁਣ ਤੱਕ 5 ਕਿੱਲੇ ਚੱਕ ਲਏ ਜੀ। ਹਾਂਜੀ, ਸੋ ਇਹ ਦ੍ਰਿਸ਼ ਤੁਹਾਨੂੰ ਦਿਖਾਏ ਨੇ, ਇਹ ਇਹਨਾਂ ਨੇ ਖੁਦ ਕੈਦ ਕੀਤੇ ਨੇ, ਵੀਡੀਓ ਬਣਾਈ ਹੈ ਕਿ ਕਿਵੇਂ 1 ਕਿੱਲੇ ਦੀ ਗੱਲ ਹੋਈ ਸੀ, 5-6 ਕਿੱਲੇ ਹਲੇ ਤੱਕ ਇਹ ਮਿੱਟੀ ਕੱਢ ਚੁੱਕੇ ਨੇ ਔਰ ਰਫ਼ਤਾਰ ਇੱਥੇ ਤੱਕ ਰੁਕ ਨਹੀਂ ਰਹੀ। ਹਲੇ ਹੋਰ ਵੀ ਇਹ ਸਾਰੀਆਂ ਚੀਜ਼ਾਂ ਜਾਰੀ ਨੇ, ਖਣਨ ਜਾਰੀ ਹੈ। ਇਹ ਚੱਕ ਸਿੰਘ ਪਿੰਡ ਹੈਗਾ, ਚੱਕ ਸਿੰਘਪੁਰਾ ਮੋਗਾ ਦਾ, ਔਰ ਇੱਥੋਂ ਦੇ ਕਿਸਾਨ ਨੇ ਜਿਹੜੇ ਹੁਣ ਦੁਖੀ ਹੋ ਕੇ ਅਜੇ ਪ੍ਰੈਸ ਕਾਨਫਰੰਸ ਲਈ ਚੰਡੀਗੜ੍ਹ ਵੀ ਪੁੱਜੇ ਸੀ। ਸਾਡਾ ਖਾਸ ਮਹਿਮਾਨ ਸਤਬੀਰ ਸਿੰਘ ਵਾਲੀਆ ਸਾਹਿਬ ਵੀ ਮੌਜੂਦ ਨੇ, ਆਮ ਆਦਮੀ ਪਾਰਟੀ ਦੇ ਬੁਲਾਰੇ। ਮੈਂ ਫੁੰਮਣ ਸਿੰਘ ਜੀ, ਸ਼ੁਰੂਆਤ ਤੁਹਾਡੇ ਤੋਂ ਹੀ ਕਰਾਂਗਾ। ਪਹਿਲਾਂ ਤਾਂ ਇਹ ਪੂਰੀ ਕਹਾਣੀ ਦੱਸੋ, ਹੈ ਕੀ ਹੈ? ਕਿਉਂਕਿ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਕਿ ਇਹ ਗੱਲ ਹੋਈ ਸੀ ਕਿ 1 ਜਾਂ 1.5 ਕਿੱਲੇ ਦੀ, ਪਰ ਇਹ ਹੁਣ ਤੱਕ ਜਿਹੜੀ ਮਾਈਨਿੰਗ ਹੈ ਉਹ 5-6 ਕਿੱਲੇ ਹੋ ਚੁੱਕੀ ਹੈ ਜੀ। ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਇਹਦੇ 'ਚ ਸੱਚਾਈ ਸਰ ਜਿਹੜੀ ਆ ਦੇਖੋ, ਚੱਕ ਸਿੰਘਪੁਰਾ 11 ਮਸਤੀਲ ਦਾ 7 ਨੰਬਰ ਮਿੰਨ 6 ਕਨਾਲ 16 ਮਰ ਰਿਹਾ, 11 ਦਾ ਹੀ 15 8 ਕਨਾਲ ਹੈ। ਠੀਕ ਹੈ। ਜਿਹੜੀ ਇਹਦੇ 'ਚ ਇਹਨਾਂ ਨੇ 7 ਨੰਬਰ ਪੂਰਾ ਚੱਕਿਆ, 15 ਨੰਬਰ ਰੋਕ ਛੱਡਿਆ। ਇਸ ਤੋਂ ਇਹਨਾਂ ਆਲਾ ਦੁਆਲਾ ਆ ਮੈਂ ਜਿੰਨਾ ਕੋ ਪੜਿਆ ਮੈਂ ਆਦੇ ਹੱਥ ਨਾਲ ਲਿਖਿਆ ਜੀ। ਇਸ ਤੋਂ ਆਲਾ ਦੁਆਲਾ ਆ 4 ਨੰਬਰ 'ਚ 4 ਕਨਾਲ ਚੱਕ ਗਿਆ। ਕਿੰਨੇ ਏਕੜ ਕਿੰਨੇ ਏਕੜ ਟੋਟਲ ਜੀ ਸਰ? ਮਾੜਾ ਜਿਹਾ ਨੋਟ ਕਰੀ ਚਲੋ ਜੀ। 4 ਨੰਬਰ 'ਚ 4 ਕਨਾਲ, 6 ਨੰਬਰ ਟੋਟਲ ਚੱਕਿਆ ਗਿਆ 8 ਕਨਾਲ, 14 8 ਕਨਾਲ ਚੱਕਿਆ ਗਿਆ, 17 'ਚ 5 ਕਨਾਲ ਚੱਕਿਆ ਗਿਆ, 11 ਤੇ 20 ਇਹ ਵੀ ਅੱਧੋਂ ਜ਼ਿਆਦਾ ਚੱਕੇ ਗਏ। ਇਸ ਟਾਈਮ 16 ਤੇ 21 ਚੱਲ ਰਹੀ ਹੈ। 15 ਨੰਬਰ ਇਹਨਾਂ ਰੋਕ ਛੱਡਿਆ, ਕੁਛ ਥੋੜਾ ਚੱਕਿਆ ਵੀ ਜਦੋਂ ਕੋਈ ਮੁਲਾਜ਼ਮ ਦੇਖਣ ਨੂੰ ਆਉਂਦੇ ਜਾਂ ਕੋਈ ਫਲੈਗ ਹੁੰਦੀ ਆ ਜਾਂ ਕੁਛ ਉੱਥੇ ਜਾ ਖੜੀ ਕਰਦੇ, ਇੱਕ ਦੀ ਟਰਾਲੀ ਉੱਥੋਂ ਭਰਨੀ ਸ਼ੁਰੂ ਕਰਦੇ।
ਇਹਦੀ ਮਿੱਟੀ ਚੱਕ ਕੇ ਉੱਚੀ ਕੀਤੀ ਹੋਈ, ਅਗਲੇ ਬੰਨੇ ਜੋ ਖੱਡ ਚੱਲਦੀ ਉਸ ਨੂੰ ਲਕਾਇਆ ਹੋਇਆ। ਜੋ ਪੋਪਲਾਈਨਾਂ ਹੁੰਦੀਆਂ ਉਹ ਨੀਵੇਂ ਜਗ੍ਹਾ ਤੇ ਆ ਕੇ ਰੋਕ ਲੈਂਦੇ ਤੇ ਕੁਝ ਦੌੜ ਜਾਂਦੀਆਂ, ਟਰਾਲੀਆਂ ਤਾਂ ਖਾਲੀ ਸਰ ਜਿਨ੍ਹਾਂ ਨੇ ਭਰਨੀਆਂ ਹੁੰਦੀਆਂ ਉਹ ਆਟੋਮੈਟਿਕ ਆਵਾਜ਼ ਸੁਣਦੇ ਦੌੜ ਜਾਂਦੇ ਵੀ ਸਾਡੇ ਤਾਂ ਨਜਾਇਜ਼ ਕੇਸ ਨਾ ਬਣ। ਇਹ ਸੱਚਾਈ ਹੈ ਸਰ। ਇਹਦੇ ਵਿੱਚ ਜੰਗੀਰ ਸਿੰਘ ਦਾ ਲੜਕਾ ਪ੍ਰਕਾਸ਼ ਸਿੰਘ ਠੇਕੇਦਾਰ ਦੇ ਨਾਂ ਤੇ ਖੱਡਾ ਚੱਲ ਰਿਹਾ। ਠੇਕਾ ਕਿੰਨਾ ਹੋਇਆ ਸੀ ਔਰ ਹੁਣ ਕਿੰਨੇ ਤੱਕ ਉਹ ਸਫਾਇਆ ਕਰ ਚੁੱਕੇ ਨੇ? ਸਫਾਇਆ ਦਾ ਦੇਖੋ 5-6 ਕਿੱਲੇ ਹੋ ਹੀ ਚੁੱਕੇ ਹੈ ਜੀ। ਇਹ ਜਿਹੜੀ ਪਹਿਲੇ ਠੇਕਾ ਕਿੰਨਾ ਹੋਇਆ ਸੀਗਾ? ਠੇਕਾ ਵਾ 1 ਕਿੱਲਾ 6 ਕਨਾਲ ਤੇ 16 ਮਰਲਿਆਂ ਦਾ ਬਸ। ਹਾਂਜੀ, ਤੇ 5 ਤੋਂ 6 ਕਿੱਲੇ ਉਹ ਚੱਕੇ ਗਏ। 28 ਤਰੀਕ ਦੀ ਅੱਜ ਜਿਹੜੀ ਤੁਹਾਨੂੰ ਦਿਖਾਈ ਗਈ ਵੀਡੀਓ, ਅੱਜ ਤਰੀਕ ਦੇਖੋ ਕਿੰਨੀ ਹੈ, ਉਦੋਂ ਬਾਅਦ ਇਹ ਚੱਲੀ ਗਿਆ ਲਗਾਤਾਰ। ਅਸੀਂ ਤਾਂ ਕੱਲ ਸ਼ਾਮ ਦੇ ਤੁਰੇ ਆ, ਇੱਥੇ ਪਹੁੰਚੇ ਚੰਡੀਗੜ੍ਹ 'ਚ, ਰਾਤ ਇੱਥੇ ਹੀ ਸੀਗੇ। ਬਾਅਦ 'ਚ ਸਾਨੂੰ ਨਹੀਂ ਪਤਾ ਕਿ ਕਿੰਨਾ ਕੁ ਚੱਕਿਆ, ਕੀ ਹੋਇਆ। ਫੁੰਮਣ ਸਿੰਘ ਜੀ, ਤੁਸੀਂ ਇੱਥੇ ਪਹੁੰਚੇ ਹੋ, ਇਹ ਤੋਂ ਪਹਿਲਾਂ ਤੁਸੀਂ ਕੋਈ ਦਰਖਾਸਤ ਦਿੱਤੀ ਹੈ? ਕਦੇ ਤੁਸੀਂ ਪੁਲਿਸ ਤੱਕ ਪਹੁੰਚ ਕੀਤੀ ਹੈ, ਮਾਈਨਿੰਗ ਅਫਸਰ ਤੱਕ ਪਹੁੰਚ ਕੀਤੀ ਹੈ? ਕਿਉਂਕਿ ਮਾਮਲਾ ਜੇ ਨਜਾਇਜ਼ ਖਣਨ ਦਾ ਹੈਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਤੁਸੀਂ ਪਹੁੰਚ ਕੀਤੀ ਕਿ ਨਹੀਂ? ਸਰ ਦੇਖੋ ਮਾਨਯੋਗ ਸ਼੍ਰੀਮਾਨ ਮੁੱਖ ਮੰਤਰੀ ਸਾਹਿਬ ਨੂੰ ਈਮੇਲ ਕੀਤੀਆਂ ਨੇ। ਆਫਿਸ ਸਾਰੇ ਜਿੰਨੇ ਇਸ ਦੇ ਨਾਲ ਸੰਬੰਧਿਤ ਚੱਲਦੇ ਨੇ, ਕਹੋ ਤਾਂ ਮੈਂ ਪੜ੍ਹ ਕੇ ਸੁਣਾ ਦੇਣਾ ਤੁਹਾਨੂੰ। ਚੀਫ ਸੈਕਟਰੀ ਕਰਨ ਅਵਤਾਰ ਸਿੰਘ, ਸੈਕਟਰੀ ਮਾਈਨਿੰਗ ਕੁਮਾਰ ਰਾਹੁਲ, ਚੀਫ ਇੰਜੀਨੀਅਰ ਵਿਨੋਦ ਚੌਧਰੀ, DGP ਪੰਜਾਬ, ਪ੍ਰਿੰਸੀਪਲ ਸੈਕਟਰੀ ਜਸਪਾਲ ਸਿੰਘ, DGP ਵਿਜੀਲੈਂਸ BK ਉੱਪਲ, DC ਮੋਗਾ, SSP ਮੋਗਾ। ਈਮੇਲ ਕੀਤਿਆਂ ਨੇ। ਬਾਕੀ ਇਹਨਾਂ ਨੂੰ ਇਹ ਕਦੋਂ ਕੀਤੀ ਸੀ? ਇਹ 26 ਤਰੀਕ ਦੀ। ਅੱਛਾ, ਉਸ ਤੋਂ ਬਾਅਦ ਕੋਈ ਰਿਪਲਾਈ? ਕੋਈ ਉਸ ਤੋਂ ਬਾਅਦ ਅਸੀਂ ਜਦੋਂ ਦੁਬਾਰੀ ਵਾਰ ਫਿਰ ਅਸੀਂ ਜਿੱਦਣ ਆ ਲੈਨੇ ਆਪਣੀ ਵੀਡੀਓ, ਹਾਂਜੀ, ਉਹਦੇ ਖੜੇ ਉੱਥੇ ਗਏ ਮੌਕੇ ਤੇ, ਸਾਡੇ ਨੂੰ ਉਹ ਲੜਾਈ ਝਗੜਾ ਕਰਨ ਨੂੰ ਵੀ ਤਿਆਰ ਹੋਏ। ਲੇਕਿਨ ਸਾਨੂੰ SSP ਸਾਹਿਬ ਦਾ ਫੋਨ ਮਿਲਿਆ, ਕਿਉਂਕਿ ਪਹਿਲਾਂ ਉਹਦੇ ਈਮੇਲ ਕੀਤੇ ਹੋਏ ਸਨ, ਫੋਨ ਸਾਹਿਬ ਦੇ ਨੰਬਰ ਕੋਲ ਸੀ। ਮੁੰਡੇ ਸਾਡੇ ਨੇ ਲਾਇਆ ਉੱਥੇ SSP, ਉਹਨਾਂ ਸਾਡੀ ਬਿਲਕੁਲ ਵਧੀਆ ਢੰਗ ਨਾਲ ਸੁਣੀ ਫਰਿਆਦ। ਉਹਨਾਂ ਕਿਹਾ ਵੀ ਫਟਾਫਟ ਮੇਰੇ ਕੋਲ ਪਹੁੰਚ। ਉਹ ਐਤਵਾਰ ਦਾ ਦਿਨ ਸੀਗਾ। ਠੀਕ ਹੈ, ਐਤਵਾਰ ਅਸੀਂ ਗਏ, ਉਹਨੇ ਸਾਡੀ ਬੜੇ ਵਧੀਆ ਢੰਗ ਨਾਲ ਸੁਣੀ ਗੱਲ। ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਇਸੇ ਤਰ੍ਹਾਂ ਪੁੱਛ ਰਹੇ ਕੀ ਮਾਮਲਾ ਕੀ, ਅਸੀਂ ਅਸਲੀਅਤ ਉਹਨਾਂ ਨੂੰ ਦੱਸਿਆ। ਉਹਨਾਂ ਨੇ ਮੁੜ ਕੇ ਮਾਈਨਿੰਗ ਦਾ ਅਫਸਰ ਹੈ, ਮੈਨੂੰ ਉਹਦਾ ਨਹੀਂ ਪਤਾ ਉਹਦੇ ਕੀ ਆ, ਉਹਦਾ ਕਿਵੇਂ, ਉਹਨਾਂ ਨੂੰ ਬੁਲਾਇਆ। ਸਾਹਿਬ ਨੇ ਕਿਹਾ ਵੀ ਇਹ ਤੁਹਾਡੀ ਹੈਲਪ ਵਾਸਤੇ ਬੁਲਾਇਆ। ਮੈਂ ਕਿਹਾ ਬਹੁਤ ਧੰਨਵਾਦ ਜੀ ਬੁਲਾਇਆ। ਉਹਨਾਂ ਨੇ ਫਿਰ ਸਾਨੂੰ ਦਿੱਤਾ SDM ਸਾਹਿਬ ਦਾ ਫੋਨ ਨੰਬਰ, ਉਹ ਮੇਰੇ ਪਾਸ ਅਜੇ ਵੀ ਹੈਗਾ। ਠੀਕ ਹੈ, ਫਿਰ ਠੀਕ ਹੈ ਜੀ। ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਚੌਂਕ ਅੱਗੇ ਪੈਂਦਾ ਨਾ ਭੁੱਲ ਗਿਆ, ਉਹ ਕਹਿੰਦੇ ਤੁਹਾਨੂੰ ਉੱਥੇ ਮਿਲਣਗੇ। ਅਸੀਂ ਉੱਥੇ ਜਾ ਕੇ ਵੇਟ ਕੀਤੀ, ਉਹ ਸਾਨੂੰ ਮਿਲੇ। ਉਹਨਾਂ ਨੇ ਤਹਿਸੀਲਦਾਰ ਸਾਹਿਬ ਦੀ ਡਿਊਟੀ ਲਾ ਦਿੱਤੀ। ਉਹ ਕਹਿੰਦੇ ਵੀ ਤੁਹਾਡੇ ਕੋਲ 2 ਤੋਂ ਲੈ ਕੇ 2:30 ਦੇ ਕਰੀਬ ਪਹੁੰਚ ਪੈਣਗੇ। ਚਲੋ ਥੋੜਾ ਬਹੁਤ ਅੱਗਾ ਪਿੱਛੇ ਹੋ ਜਾਂਦਾ, ਸਾਡੇ ਕੋਲ 3 ਵਜੇ ਕਰੀਬ ਪਹੁੰਚੇ। ਸਾਰਾ ਉਹਨਾਂ ਨੂੰ ਮੌਕਾ ਦਿਖਾਇਆ, ਸਭ ਕੀਤਾ। ਉਹਨਾਂ ਨੇ ਨਕਸ਼ਾ ਬਣਾ ਕੇ ਲੈ ਆਂਦਾ ਇਦਾਂ ਹੱਥ ਨਾਲ, ਜਿੱਦਾਂ ਆ ਮੇਰਾ ਬਣਾਇਆ ਮਾੜਾ ਮੋਟਾ। ਤੇ ਅਸੀਂ ਕਿਹਾ ਵੀ ਇਹਦੀ ਸਾਨੂੰ ਰਿਪੋਰਟ ਕਦੋਂ ਮਿਲੇਗੀ? ਕਹਿੰਦੇ 1-2 ਦਿਨਾਂ ਤੇ ਮਿਲ ਜਾਏਗੀ। ਉਸ ਤੋਂ ਬਾਅਦ ਹਾਲੇ ਤੱਕ ਕੁਝ ਵੀ ਨਹੀਂ ਹੋਇਆ। ਇੱਕ ਮਿੰਟ ਸਰ, ਮੇਰੀ ਬਾਈ ਬੇਨਤੀ ਸੁਣੋ। ਹੁਣ ਮੇਰੀ ਜਦ ਦੁਬਾਰਾ ਪੁੱਛਣਾ ਤੇ ਮੇਰੀ ਨਿਬੜ ਲੈਣ ਦੇ। ਉਹਨਾਂ ਨੇ ਕਿਹਾ ਵੀ 1-2 ਤੱਕ ਮਿਲ ਜਾਏ। ਬਾਕੀ ਇਹਨਾਂ ਨੂੰ ਫੋਨ ਕੀਤਾ, ਉਹਨਾਂ ਨੇ ਇੱਕ ਵਾਰੀ ਚੱਕਿਆ, ਕਹਿੰਦੇ ਚੱਲ ਦੇਣੇ ਪਟਵਾਰੀ ਛੁੱਟੀ ਤੇ ਜੇ ਆ ਉਹ ਜੀ। ਤੇ ਸਾਨੂੰ ਮਾਲੂਮ ਹੋਇਆ ਵੀ ਉਹ ਨਹੀਂ ਦਿੰਦੇ। ਮੁੜ ਕੇ ਚੀਫ ਇੱਥੇ ਫੋਨ ਲਾਇਆ, ਇਹਨਾਂ ਨੇ ਟੀਮ ਨੂੰ ਫਿਰ ਥੋੜਾ ਜਿਹਾ ਕੱਸਿਆ। ਫਿਰ SDM ਸਾਹਿਬ ਗਏ, GM ਮੈਡਮ ਜੀ ਗਏ ਨੇ, ਨਾਲ ਹੋਰ ਗਏ ਆਪਣੇ DSP ਧਰਮਕੋਟ, ਬਾਕੀ ਹੋਰ 5-7 ਹੋਰ ਸੀਗੇ, ਸਾਰੇ ਆਫੀਸਰ ਸੀਗੇ, ਕਿਉਂ ਸਾਰਿਆਂ ਨੂੰ ਤਾਂ ਮੈਂ ਜਾਣਦਾ ਨਹੀਂ ਸੀ। ਉਹਨਾਂ ਜਾ ਕੇ ਮੈਨੂੰ ਪੁੱਛਿਆ ਵੀ ਤੁਸੀਂ ਫੁੰਮਣ ਸਿੰਘ? ਮੈਂ ਹਾਂਜੀ। ਕਹਿੰਦੇ ਤੁਹਾਡੀ ਖੇਤ? ਮੈਂ ਖੇਤ ਆਦੇ ਵਿਖਾਏ ਇਹਨਾਂ ਨੂੰ, ਸਾਰੇ ਜਿੱਥੇ ਮਾਈਨਿੰਗ ਹੋ ਰਹੀ ਸੀ ਉਹ ਸਾਰਾ ਕੁਝ ਦਿਖਾਇਆ। ਮੁੜ ਕੇ SDM ਸਾਹਿਬ ਕਹਿੰਦੇ ਤੁਸੀਂ ਕਹਿੰਦੇ ਵੀ ਮੁੜ ਕੇ ਇਹ ਆਉਂਦੇ ਨਹੀਂ, ਸਾਡੇ ਨਾਲ ਫੋਟੋ ਲੈ ਲਓ। ਸਾਡੇ ਨਾਲ ਫੋਟੋ ਲੈ ਲਈ। ਤੇ ਅਸੀਂ ਕਿਹਾ ਸਰ ਚਲ ਤੁਸੀਂ ਦੇਖ ਤਾਂ ਚੱਲੇ ਹੋ, ਪਰ ਇਹਦੀ ਕਾਰਵਾਈ ਕਿਵੇਂ ਹੋਊਗਾ? ਜਿਹੜੇ ਪੋਪਲਾਈਨਾਂ 4-5 ਖੜੀਆਂ, ਇਹ ਕਿਵੇਂ? ਉਹਨਾਂ ਸਾਨੂੰ ਇਹ ਕਿਹਾ ਇਹ ਮੈਂ ਤਾਂ ਚੱਕ ਕੇ ਕੱਢਣੀਆਂ ਨਹੀਂ, ਇਹ ਚੱਕੂ ਚੰਡੀਗੜ੍ਹ ਦੀ ਟੀਮ ਕੋਈ ਆ ਕੇ, ਇਸ ਕਰਕੇ ਸਾਨੂੰ ਇੱਥੇ ਆਉਣਾ ਪਿਆ। ਚਲੋ ਠੀਕ ਹੈ, ਹੁਣ ਇਹ ਸਾਰੀ ਕਹਾਣੀ ਸਪਸ਼ਟ ਹੋ ਗਈ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਜਦ ਸਾਰੀਆਂ ਦਰਖਾਸਤਾਂ ਵੀ ਕੀਤੀਆਂ ਗਈਆਂ, ਗੱਲ ਇੱਥੇ ਆਈ ਕਿ ਪੋਪਲਾਈਨਾਂ ਮੈਂ ਨਹੀਂ ਕੱਢਣੀ, SDM ਸਾਹਿਬ ਕਹਿੰਦੇ ਨੇ ਚੰਡੀਗੜ੍ਹੋਂ ਆਣਗੇ ਤਾਂ ਉਹੀ ਕੱਢਣਗੇ, ਔਰ ਇਹ ਹਲੇ ਤੱਕ ਵੀ ਮਾਈਨਿੰਗ ਜਾਰੀ ਹੈ। ਹੁਣ ਇਹ ਸਮਝ ਨਹੀਂ ਆਉਂਦਾ ਕਿ ਜਦੋਂ ਇਹ ਗੱਲ ਕੀਤੀ ਜਾਂਦੀ ਕਿ ਠੇਕਾ 1 ਜਾਂ 1.25 ਕਿੱਲੇ ਦਾ ਹੋਇਆ ਤੇ ਤੁਸੀਂ 5-6 ਕਿੱਲੇ ਕਿਵੇਂ ਕੱਢ ਸਕਦੇ ਹੋ? ਇਹ ਕੀ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਹੋ ਸਕਦਾ ਹੈ ਅਜਿਹਾ? ਔਰ ਜਦੋਂ ਸਾਰੀਆਂ ਗੱਲਾਂ SSP ਸਾਹਿਬ SDM ਸਾਹਿਬ ਤੱਕ ਗੱਲਾਂ ਪਹੁੰਚ ਗਈਆਂ, ਉਹਦੇ ਬਾਵਜੂਦ ਇਹ ਕੰਮ ਜਾਰੀ ਹੈ, ਤਾਂ ਫਿਰ ਤੁਸੀਂ ਦਰਖਾਸਤ ਕਿਹਨੂੰ ਦੋਗੇ? ਫਿਰ ਤੁਹਾਡੀ ਉਮੀਦ ਕਿਸ ਤੇ ਟਿਕੀ ਹੋਏਗੀ? ਦਈਆ ਸਾਹਿਬ, ਚਲੋ ਰਿਐਕਸ਼ਨ ਮੈਂ ਤੁਹਾਡੇ ਤੋਂ ਹੀ ਪਹਿਲਾਂ ਲੈ ਲੈਣਾ। ਇਹ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਫੁੰਮਣ ਸਿੰਘ ਔਰ ਇਹਨਾਂ ਦੇ ਨਾਲ ਹੋਰ ਵੀ ਕਿਸਾਨ ਗੁਰਪ੍ਰੀਤ ਸਿੰਘ ਔਰ ਹੋਰ ਵੀ ਇਹਨਾਂ ਦੇ ਜਿਹੜੇ ਕਿਸਾਨ ਭਾਈਚਾਰਾ ਉਹ ਆਇਆ ਇੱਥੇ, ਦੁਖੀ ਹੋ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਹਨਾਂ ਦੇ ਖੇਤਾਂ ਦੇ ਲਾਗਿਓਂ ਜਿੰਨੀ ਮਿੱਟੀ ਹੈ ਸਾਰੀ ਕੱਢ ਲਈ ਗਈ ਹੈ। ਹਰਪ੍ਰੀਤ ਜੀ, ਪਹਿਲਾਂ ਤਾਂ ਤੁਹਾਡੇ ਜਿਹੜੇ ਫੁੰਮਣ ਸਿੰਘ ਜੀ ਇਹਨਾਂ ਨੇ ਖੁਦ ਹੀ ਬਿਆਨ ਕੀਤਾ ਕਿ ਹਰ ਅਫਸਰ ਕੋ ਜਦੋਂ ਇਹਨਾਂ ਨੇ ਪਹੁੰਚ ਕੀਤੀ ਹੈ
ਤੇ ਹਰ ਅਫਸਰ ਨੇ ਇਹਨਾਂ ਦੀ ਗੱਲ ਸੁਣੀ ਹੈ। ਮੌਕੇ ਤੇ ਐਸਡੀਐਮ ਸਾਹਿਬ ਜੀਐਮ ਸਾਹਿਬ ਪਹੁੰਚੇ ਨੇ। ਸੋ ਉਹ ਜਿਹੜਾ ਉੱਥੇ ਜੋ ਵੀ ਕਾਰਵਾਈ ਹੈ, ਜੋ ਆਫਟਰ ਆਲ ਇੱਕ ਲਾਅ ਹੈ, ਇੱਕ ਪ੍ਰੋਸੈਸ ਹੈ, ਉਹਨੂੰ ਫੋਲੋ ਕਰਕੇ ਜਦੋਂ ਉਹਦੀ ਰਿਪੋਰਟ ਕੋਈ ਫਾਈਨਲ ਹੋਏਗੀ ਫੇਰ ਹੀ ਆਪਾਂ ਉਹਦੇ ਤੇ ਕੋਈ ਐਕਸ਼ਨ ਲੈ ਸਕਦੇ ਹਾਂ। ਦੂਜੀ ਜੇ ਆਪਾਂ ਗੱਲ ਮਾਈਨਿੰਗ ਦੀ ਕਰੀਏ ਤੇ ਮਾਈਨਿੰਗ ਜੇ ਆਪਾਂ ਪਿਛਲੇ 5 ਸਾਲ ਜਿਹੜਾ ਪਿਛਲੇ 10 ਸਾਲ ਦਾ ਰਾਜ ਰਿਹਾ ਉਹਦੇ ਵਿੱਚ ਜਿਹੜਾ ਮਾਈਨਿੰਗ ਦੀ ਆਪਸ਼ਨ ਸੀਗੀ ਉਹ ਰਿਵਰਸ ਬਿਡਿੰਗ ਨਾਲ ਹੁੰਦੀ ਸੀ। ਰਿਵਰਸ ਬਿਡਿੰਗ ਦੇ ਨਾਲ ਸਿਰਫ ਪੰਜਾਬ ਸਰਕਾਰ ਨੂੰ ਨਵਜੋਤ ਜੀ ਚਲੇ ਜਾਓ ਪਿੱਛੇ, ਚਲੇ ਜਾਓ ਪਿਛਲੀ ਸਰਕਾਰ ਨੂੰ ਜਿੰਨਾ ਮਰਜ਼ੀ ਕਹਿ ਲਿਓ। ਮੇਰਾ ਤਾਂ ਇੱਕ ਸਵਾਲ ਹੈ ਨਾ, ਇੱਕ ਸਵਾਲ ਹੈ, ਇੱਕ ਸਵਾਲ ਸਿਰਫ ਇੱਕ ਸਵਾਲ। ਮੌਨਸੂਨਾਂ ਦੇ ਵਿੱਚ ਮਾਈਨਿੰਗ ਬੰਦ ਹੁੰਦੀ ਹੈ, ਸ਼ਰੇਆਮ ਮਾਈਨਿੰਗ ਹੋ ਰਹੀ ਹੈ, ਤੁਹਾਡੇ ਐਸਡੀਐਮ ਉੱਥੇ ਜਾ ਕੇ ਦੇਖ ਰਹੇ ਨੇ ਕਿ ਮਾਈਨਿੰਗ ਹੋ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਰਿਪੋਰਟ ਜਦੋਂ ਆਏਗੀ, ਜਦੋਂ ਕਾਰਵਾਈ ਹੋਏਗੀ ਕਾਨੂੰਨ ਦੇ ਅਨੁਸਾਰ ਹੋਏਗੀ। ਕੀ ਮਾਈਨਿੰਗ ਮੌਨਸੂਨਾਂ ਦਿਨਾਂ ਦੇ ਵਿੱਚ ਹੋਣ ਦੇਣੀ ਚਾਹੀਦੀ ਹੈ? ਰੋਕਣੀ ਨਹੀਂ ਚਾਹੀਦੀ ਸੀ ਉਸੇ ਵਕਤ? 1 ਜੁਲਾਈ ਤੋਂ ਬੰਦ ਹੋ ਜਾਂਦੀ ਹੈ। ਹਰਪ੍ਰੀਤ ਜੀ ਜਿਹੜੀ ਮਾਈਨਿੰਗ ਹੈ ਨਾ ਜੀ, ਉਹ ਦਰਿਆਵਾਂ ਦੇ ਕਿਨਾਰਿਆਂ ਦੇ ਉੱਤੇ ਬੰਦ ਹੁੰਦੀ ਹੈ। ਜੇ ਤੁਸੀਂ ਐਕਟ ਨੂੰ ਉਹਨੂੰ ਪੜ੍ਹੋਗੇ, ਜਿਹੜੀ ਮੌਨਸੂਨ ਲਈ ਰੇਤਾ ਤੁਸੀਂ ਡੰਪ ਕਰਕੇ ਉੱਚੀ ਜਗ੍ਹਾ ਤੇ ਰੱਖੀ ਹੁੰਦੀ ਹੈ, ਕਿਉਂਕਿ ਤੁਸੀਂ ਇਹਨਾਂ ਦਿਨਾਂ 'ਚ ਕੰਸਟਰਕਸ਼ਨ ਤਾਂ ਬੰਦ ਨਹੀਂ ਕਰ ਸਕਦੇ, ਉਹਦੇ 'ਚ ਜਿਹੜੀ ਤੁਸੀਂ ਪਾਣੀ ਤੋਂ ਬਚਾ ਕੇ ਡੰਪ ਕੀਤੀ ਹੋਈ ਰੇਤਾ ਉਹਨੂੰ ਤੁਸੀਂ ਜਦੋਂ ਮਰਜ਼ੀ ਚੱਕ ਸਕਦੇ ਹੋ। ਦਈਆ ਸਾਹਿਬ ਇਹ ਕੋਈ ਕਿਨਾਰਿਆਂ ਤੋਂ ਨਹੀਂ ਚੁੱਕ ਰਹੇ, ਇਹ ਪੱਟ ਰਹੇ ਨੇ, ਇਹ ਥੱਲੋਂ ਧਰਤੀ ਦੇ ਵਿੱਚੋਂ ਰੇਤਾ ਕੱਢ ਕੇ ਲੈ ਕੇ ਜਾ ਰਹੇ ਨੇ। ਇਹ ਡੰਪ ਕੀਤੀ ਹੋਈ ਆ, ਸਟੋਰ ਕੀਤੀ ਹੋਈ ਰੇਤਾ ਦੀ ਗੱਲ ਨਹੀਂ ਹੋ ਰਹੀ, ਇਹ ਸਾਰੀਆਂ ਜ਼ਮੀਨਾਂ ਦੇ ਵਿੱਚੋਂ ਕੱਢੀ ਜਾ ਰਹੀ ਰੇਤਾ ਦੀ ਗੱਲ ਹੋ ਰਹੀ ਹੈ। ਹੁਣੇ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ, ਤੁਹਾਡੇ ਸਾਹਮਣੇ ਫੁੰਮਣ ਸਿੰਘ ਜੀ ਨੇ ਕਿਹਾ ਕਿ ਰੇਤਾ ਦਾ ਉੱਚਾ ਢੇਰ ਲਾਇਆ ਹੋਇਆ, ਉਹਦੇ ਉੱਤੇ ਪੌਪੂਲੇਸ਼ਨ ਉਹ ਰੇਤਾ ਦਾ ਢੇਰ ਲਾਇਆ ਜਨਾਬ, ਉਹ ਰੇਤਾ ਦਾ ਢੇਰ ਸਿਰਫ ਲੁਕਾਉਣ ਲਈ ਲਗਾਇਆ, ਉਹ ਲੁਕਾਉਣ ਲਈ। ਨਵਜੋਤ ਜੀ ਤੁਹਾਨੂੰ ਪੂਰਾ ਖੁਲਾਸਾ ਕਰ ਦਿੰਦੇ ਆ। ਉਹ ਰੇਤਾ ਦਾ ਢੇਰ ਇਸ ਲਈ ਲਾਇਆ ਹੋਇਆ ਕਿ ਜਿਹੜੇ ਪਿੱਛੇ ਮਾਈਨਿੰਗ ਹੋ ਰਹੀ ਹੈ ਉਹ ਮਾਈਨਿੰਗ ਨਜ਼ਰ ਨਾ ਆਵੇ। ਇਹ ਜਿਹੜੀ ਵੀਡੀਓ ਤੁਹਾਨੂੰ ਦਿਖਾਈ ਹੈ ਤੁਸੀਂ ਬਾਅਦ ਚ ਦੇਖ ਲਿਓ। ਇਸ ਵੀਡੀਓ ਦੇ ਵਿੱਚ ਮੇਰੀ ਗੱਲ ਤਾਂ ਸੁਣ ਲਓ ਪਹਿਲਾਂ। ਇਸ ਵੀਡੀਓ ਦੇ ਵਿੱਚ ਮਾਈਨਿੰਗ ਹੋ ਰਹੀ ਹੈ, ਰੇਤਾ ਪੱਟੀ ਜਾ ਰਹੀ ਹੈ, ਔਰ ਜਿਵੇਂ ਫੁੰਮਣ ਸਿੰਘ ਦੇ ਮੁਤਾਬਕ 1 ਕਿੱਲਾ ਜ਼ਮੀਨ ਠੇਕੇ ਤੇ ਲਈ 5 ਕਿੱਲੇ ਦੇ ਵਿੱਚੋਂ ਰੇਤਾ ਕੱਢ ਲਈ ਗਈ ਹੈ। ਉਹ ਗੱਲ ਤੇ ਮੈਂ ਚਲੋ ਇੱਕ ਮਿੰਟ ਸੁਖਬੀਰ ਸੁਖਬੀਰ ਬਾਜਵਾ ਕੁਝ ਕਹਿਣਾ ਚਾਹੁੰਦੇ। ਇਹ ਹੈ ਜੀ ਕਿ ਠੀਕ ਹੈ, ਉਹ ਸਰਕਾਰੀ ਧਿਰ ਹੈ, ਆਪਣਾ ਕੁਛ ਨਾ ਕੁਛ ਉਹਨਾਂ ਨੇ ਜੋ ਗੱਲ ਕਹਿੰਦਾ ਰਾਈਟ ਹੈਗਾ। ਸਾਰੀ ਗੱਲ ਇਹ ਹੈ ਕਿ ਵੀ ਇੱਕ ਤੇ ਚਲੋ ਮਾਈਨਿੰਗ ਜਿਹੜੀ ਇਹ ਸਭ ਪਤਾ ਕਿ ਵੀ ਜਿਹੜੀ ਲੀਗਲ ਮਾਈਨਿੰਗ ਜੋ ਆਕਸ਼ਨ ਹੋਈ ਸੀ ਉਸ ਤੋਂ ਬਾਹਰ ਜਾ ਕੇ ਇਲੀਗਲ ਮਾਈਨਿੰਗ ਕੀਤੀ ਜਾ ਰਹੀ ਹੈ। ਇਹ ਪੱਕਾ ਹੀ ਜਿੰਨੇ ਆਲਮੋਸਟ ਜਿਹੜੀ ਰੇਤ ਮਾਫੀਆ ਹੈ ਜਿਹੜਾ ਕੰਮ ਕਰਦੇ ਉਹ ਇਦਾਂ ਹੀ ਕਰ ਰਿਹਾ ਕਿ ਜਿਹੜੀ 2 ਏਕੜ 'ਚ 3 ਏਕੜ 'ਚ ਲੈ ਲਓ, ਜੋ ਨੰਬਰ ਖਾਤੇ 'ਚ ਪੈਂਦੇ ਨੇ ਉਸ ਤੋਂ ਬਾਅਦ ਉਹਨੂੰ ਉਸ ਆੜ ਦੇ ਵਿੱਚ ਜਿਹੜੀ ਨਾਲ ਜ਼ਮੀਨ ਲੱਗੀ ਹੁੰਦੀ ਹੈ ਉਹਨੂੰ ਸਾਰੇ ਨੂੰ ਜਿਹੜਾ ਇਸਤੇਮਾਲ ਕਰਦੇ ਆ। ਹੁਣ ਇਹ ਤਾਂ ਹੈ ਨਹੀਂ ਜਿਹੜੇ 3 ਏਕੜ 'ਚ 2 ਏਕੜ 'ਚ 1 ਏਕੜ 'ਚ ਰੇਤਾ ਹੈ, ਆਲੇ ਦੁਆਲੇ ਰੇਤਾ ਵੀ ਹੋਏਗੀ ਆ ਕਿ, ਲੇਕਿਨ ਆਕਸ਼ਨ ਹੋਈ ਉਹਨਾਂ ਨੰਬਰਾਂ ਦੀ ਆ ਕਿ ਜਿਹੜਾ ਇਹ ਵੀ ਰਿਕਾਰਡ ਦਿਖਾ ਰਿਹਾ ਤੇ ਪੂਰੇ ਪੰਜਾਬ 'ਚ ਹਾਲਾਤ ਨੇ ਉਹ ਇਹੀ ਹੈ ਕਿ ਵੀ ਜਿਹੜੀ ਇੱਕ ਆੜ ਦੇ ਵਿੱਚ ਆ ਕੇ 10 ਫੁੱਟ ਤੋਂ 30 ਫੁੱਟ ਪਟਨੇ ਆ ਕੇ ਇਹ ਪ੍ਰੋਬਲਮ ਬੜੀ ਕ੍ਰੀਏਟ ਹੋਈ ਪਈ ਆ ਕਿ। ਔਰ ਗੱਲ ਤਾਂ ਸਰ ਇੰਨੀ ਸੀਗੀ ਕਿ ਮੌਕੇ ਤੇ ਜਿਹੜੀ ਆ ਰੂਲ ਕੀ ਹੈਗਾ ਜੀ, ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਕੋਈ ਸ਼ਿਕਾਇਤ ਕਰਦਾ ਮਾਈਨਿੰਗ ਅਫਸਰ ਤਹਿਸੀਲਦਾਰ ਜਿਹੜੇ ਆ ਜਾਂ ਲੋਕਲ ਨੂੰ ਜਿਹੜੀ ਪੁਲਿਸ ਜਿਹੜੀ ਉਹਨੂੰ ਜ਼ਬਤ ਕਰ ਲੈਂਦੀ ਹੈ, ਪੋਕ ਲੈਣਾ ਬਾਕੀ ਹੈ। ਉਸ ਤੋਂ ਬਾਅਦ ਉਹ ਫਿਰ ਉੱਥੇ ਮਾਈਨਿੰਗ ਅਫਸਰ ਆਉਂਦਾ, ਉਹਨੂੰ ਬੁਲਾਉਂਦੇ ਨੇ, ਜਿਹੜਾ ਚਾਹੇ BLO ਆਵੇ ਜਿਹਨੂੰ ਕੋਲ ਪਾਵਰਾਂ ਦਿੱਤੀਆਂ ਹੋਈਆਂ ਨੇ, ਉਸ ਤੋਂ ਬਾਅਦ ਆ ਕੇ ਉਹ ਪਰਚਾ ਕੱਟਣ ਦੀ ਤਿਆਰੀ ਕਰਦੇ ਜਾ ਕੇ ਉਹ ਜ਼ਬਤ ਕਰਦੇ ਨੇ। ਜਦ ਕਿ ਕਲੀਅਰ ਕੱਟ ਕੇ ਜਿਹੜੀਆਂ ਚੀਜ਼ਾਂ ਜ਼ਬਤ ਹੋ ਜਾਣਗੀਆਂ ਉਹ ਰਿਲੀਜ਼ ਨਹੀਂ ਕਰ ਸਕਦੇ ਆ ਕੇ ਹਾਈ ਕੋਰਟ ਸੁਪਰੀਮ ਕੋਰਟ। ਲੇਕਿਨ ਇਹਨਾਂ ਨੇ ਜ਼ਬਤ ਦੀ ਗੱਲ ਤਾਂ ਰਿਪੋਰਟ ਦੀ ਤਾਂ ਹੈ ਹੀ ਨਹੀਂ ਹੈ, ਗੱਲ ਤਾਂ ਮੌਕੇ ਦੀ ਕਾਰਵਾਈ ਹੈ। ਜੇ ਜਾਇਜ਼ ਹੈਗੀ ਹੈ ਰਹਿਣ ਦਿਓ, ਨਜਾਇਜ਼ ਫੜ ਲਓ ਆ ਕੇ। ਇਹ ਜ਼ਿਮੀਂਦਾਰ ਰੋਲਾ ਹੀ ਪਾ ਰਹੇ ਨੇ, ਜਿਹੜਾ ਸ਼ੁਕਰ ਹੈ ਹਿੰਮਤ ਕਰ ਰਿਹਾ ਕੋਈ ਨਾ ਕੋਈ ਜ਼ਿਮੀਂਦਾਰ ਬੋਲਣ ਦਾ ਆ ਕੇ। ਜੇ CM ਸਾਹਿਬ ਕਹਿ ਰਹੇ ਆ ਕਿ ਜਦੋਂ ਆਪ ਮੀਡੀਆ ਦੇ ਉੱਪਰ ਰੋਲਾ ਪੈਂਦਾ ਕਿ ਉਹਦੇ ਹਮਲੇ ਦੇ ਆਪਾਂ ਗੱਲ ਕਰਦੇ ਆ ਕਿ ਤੁਸੀਂ ਉਹ ਤਫਤੀਸ਼ ਤਾਂ ਕਰੋ, ਲੇਕਿਨ ਤਫਤੀਸ਼ ਜਿਹੜੀ ਉਹ ਚੀਜ਼ ਸਾਨੂੰ ਨਜ਼ਰ ਆ ਰਹੀ ਹੈ ਉਹਦੇ ਉੱਪਰ ਤੁਹਾਨੂੰ ਕਬਜ਼ਾ ਉਹਦੇ ਤੇ ਬਹੁਤ ਜ਼ਰੂਰੀ ਹੈ। ਘੱਟੋ ਘੱਟ ਜਿਹੜੀਆਂ ਚੀਜ਼ਾਂ ਸਾਹਮਣੇ ਨਜ਼ਰ ਆ ਰਹੀਆਂ ਨੇ, ਜਿਹੜੀਆਂ ਤਫਤੀਸ਼ ਨਹੀਂ ਮੰਗਦੀਆਂ, ਘੱਟੋ ਘੱਟ ਉਹਦੇ ਤੇ ਤਾਂ ਕਾਰਵਾਈ ਕਰੀਏ ਆ ਕੇ। ਉਹ ਉਹਨਾਂ ਨੂੰ ਮੌਜੂਦਾ ਜਿਹੜਾ ਥਾਣੇ ਦਾ SHO ਹੈ ਉਹ ਜ਼ਿੰਮੇਦਾਰ ਹੈ, ਉਥੋਂ ਦਾ SDM ਜ਼ਿੰਮੇਦਾਰ ਹੈ। ਅਗਰ ਜਾਇਜ਼ ਨਜਾਇਜ਼ ਦੀ ਗੱਲ ਨਹੀਂ ਹੈ ਹਰਪ੍ਰੀਤ ਜੀ, ਉਹ ਤਾਂ ਮੌਕੇ ਤੇ ਜਾ ਕੇ ਜ਼ਬਤ ਕਰਕੇ ਕਰਨਗੇ। 26-28 ਦਾ ਵਾਕਿਆ ਹੋਇਆ ਪਿਆ, ਅੱਜ ਤਰੀਕ ਕਿੰਨੀ ਹੋ ਗਈ ਹੈ, ਇਹ ਤਾਂ 24 ਘੰਟੇ ਚ ਕਾਰਵਾਈ ਹੋਣੀ ਚਾਹੀਦੀ ਹੈ ਜੀ। ਇੱਕ ਦਿਨ ਚ ਤਾਂ 1000 ਟਿੱਪਰ ਨਿਕਲ ਜਾਂਦਾ। ਹਾਂ ਜੀ, ਵਾਲੀਆ ਸਾਹਿਬ ਕੁਝ ਕਹਿ ਰਹੇ ਨੇ, ਫਿਰ ਅੱਗੇ ਵਧਾਂਗੇ। ਚਲੋ ਮੈਂ ਇਹਨਾਂ ਦੀ ਗੱਲ ਨੂੰ ਥੋੜਾ ਐਕਸਪਲੇਨ ਕਰਦਾ, ਸ਼ਾਇਦ ਉਹਨਾਂ ਨੂੰ ਸਮਝਣ 'ਚ ਗਲਤੀ ਲੱਗੀ ਹੈ। ਇਹ ਸਾਡੇ ਫੁੰਮਣ ਸਾਹਿਬ ਨੇ ਕਿਹਾ ਹੈ ਕਿ 1 ਕਿੱਲਾ 6 ਕਨਾਲ 16 ਮਰਲੇ ਜ਼ਮੀਨ ਦੀ ਜਿਹੜੀ ਹੈਗੀ ਹੈ ਉਹ ਬੋਲੀ 'ਚ ਆਕਸ਼ਨ ਹੋਈ ਸੀਗੀ, ਉਹ ਅਲੋਟਿਡ ਲੈਂਡ ਸੀਗੀ, ਜਿਸ 'ਚੋਂ ਜਿਹੜਾ 7 ਨੰਬਰ ਕਿੱਲਾ ਹੈ, 7 ਨੰਬਰ ਕਿੱਲਾ ਉਹਨਾਂ ਨੇ ਕੱਢ ਲਈ ਮਿੱਟੀ। 15 ਨੰਬਰ ਤੇ ਮੈਨੂੰ ਕਰੈਕਟ ਕਰ ਦਿਓ, 15 ਨੰਬਰ ਤੇ ਕੁਝ ਰੇਤਾ ਕੱਢ ਕੇ ਰੱਖਤਿਆ ਤਾਂ ਕਿ ਬਾਕੀ ਨੂੰ ਹਾਈਡ ਕਰ ਸਕੇ, ਤੇ ਬਾਕੀ ਨੇੜੇ ਤੇੜੇ ਦੇ ਤਕਰੀਬਨ 5 ਕਿੱਲੇ 30-35 ਫੁੱਟ ਤੱਕ ਪੱਟ ਤੇ। ਜੋ ਮੈਨੂੰ ਗੱਲ ਸਮਝ ਲੱਗੀ ਹੈ ਉਹ ਇਹੀ ਗੱਲ ਹੈ
ਗੱਲ ਸਹੀ ਹੈ ਜੀ, ਇਹੀ ਗੱਲ ਹੈ। ਉਸ ਤੋਂ ਬਾਅਦ ਦੇਖੋ ਇਹ ਕਹਿ ਰਹੇ ਜੀ ਮੌਕੇ ਦੇ ਅਫਸਰਾਂ ਨੇ ਕਾਰਵਾਈ ਕੀਤੀ, ਐਸਡੀਐਮ ਸਾਹਿਬ ਆਏ, ਤਹਿਸੀਲਦਾਰ ਸਾਹਿਬ ਆਏ। ਐਸਡੀਐਮ ਨੇ ਕੀ ਕਿਹਾ? ਐਸਡੀਐਮ ਨੇ ਕਿਹਾ ਕਿ ਕਾਰਵਾਈ ਚੰਡੀਗੜ੍ਹ ਵਾਲੇ ਆਣਗੇ, ਉਹ ਮਸ਼ੀਨਾਂ ਜ਼ਬਤ ਕਰਨਗੇ। ਹੁਣ ਚੰਡੀਗੜ੍ਹ ਉਹ ਕੈਪਟਨ ਸਾਹਿਬ ਦੀ ਵੇਟ ਕਰ ਰਹੇ ਆ ਕਿ ਕੈਪਟਨ ਸਾਹਿਬ ਹੁਕਮ ਦੇਣਗੇ ਫੇਰ ਚੱਕਾਂਗੇ। ਹੈਲੀਕਾਪਟਰ ਲੈ ਕੇ ਇਹੀ ਗੱਲ ਹੋ ਗਈ ਵੀ ਕੈਪਟਨ ਸਾਹਿਬ ਹੈਲੀਕਾਪਟਰ ਲੈ ਕੇ ਆਣਗੇ, ਉਹ ਆ ਕੇ ਦੇਖਣਗੇ ਮਾਈਨਿੰਗ ਹੋ ਰਹੀ ਹੈ, ਆਇਡੈਂਟੀਫਾਈ ਕਰਨਗੇ, ਫਿਰ ਸਾਨੂੰ ਆਰਡਰ ਕਰਨਗੇ। ਇਹ ਬਿਲਕੁਲ ਇਹਦਾ ਮਤਲਬ ਇਹ ਐਸਡੀਐਮ ਤੇ ਹੋਰ ਜਿਹੜੇ ਅਫਸਰ ਉਹਨਾਂ ਦੀ ਭਾਗੀਦਾਰੀ ਇਸ ਮਾਈਨਿੰਗ 'ਚ, ਇਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ। ਠੀਕ ਹੈ, ਇਹ ਪੱਲਾ ਨਹੀਂ ਝਾੜ ਸਕਦੇ। ਮੈਂ ਰਿਐਕਸ਼ਨ ਸਾਰੇ ਤੋਂ ਲੈ ਲਾ, ਫਿਰ ਅੱਗੇ ਵਧਦੇ ਹਾਂ। ਹਾਂਜੀ ਵਲਟੋਆ ਸਾਹਿਬ, ਗੱਲ ਇਹ ਹੈ ਕਿ ਜਦੋਂ ਮਾਈਨਿੰਗ ਦੀ ਅਸੀਂ ਗੱਲ ਕਰਦੇ ਹਾਂ ਕਿ ਇੱਕਾ ਦੁੱਕਾ ਘਟਨਾਵਾਂ ਹਰ ਰੋਜ਼ ਹੀ ਸਾਨੂੰ ਨਜ਼ਰ ਆ ਰਹੀਆਂ ਨੇ, ਪਰ ਆਪਾਂ ਇਹਦਾ ਠੀਕ ਰਾਸੀ ਸਰਕਾਰ ਦੇ ਸਿਰ ਕਿਵੇਂ ਭੰਨ ਸਕਦੇ ਹਾਂ? ਹੋ ਸਕਦਾ ਸਥਾਨਕ ਠੇਕੇਦਾਰ ਇੰਨਾ ਚਲਾਕ ਹੋਵੇ ਕਿ ਉਹ ਸਰਕਾਰ ਦੇ ਕੰਨਾਂ ਤੱਕ ਗੱਲ ਹੀ ਨਾ ਪਹੁੰਚਣ ਦਿੱਤੀ ਜਾਂਦੀ ਹੋਵੇ। ਹਰਪ੍ਰੀਤ ਜੀ, ਪਹਿਲੀ ਤੇ ਗੱਲ ਹੈ ਕਿ 2017 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਜਿੱਥੇ ਹੋਰ ਮੁੱਦੇ ਬਣਾਏ ਸੀ, ਉਹਨਾਂ ਵਿੱਚੋਂ ਸਭ ਤੋਂ ਵੱਡੇ ਮੁੱਦਿਆਂ ਦੇ ਵਿੱਚੋਂ ਰੇਤਾ ਦਾ ਮੁੱਦਾ ਵੀ ਸੀਗਾ ਵੀ ਪੰਜਾਬ ਦੇ ਵਿੱਚ ਰੇਤਾ ਮਾਫੀਆ ਹੈ ਤੇ ਲੋਕਾਂ ਤੱਕ ਰੇਤਾ ਜਿਹੜੀ ਹੈ ਬੜੀ ਮਹਿੰਗੀ ਮਿਲਦੀ ਹੈ। ਅੱਜ ਰੇਤਾ ਦੇ ਜਿਹੜੇ ਰੇਟ ਨੇ ਉਹ 4 ਗੁਣਾ ਵੱਧ ਗਏ, ਔਰ ਦੂਸਰੇ ਬੰਨੇ ਜਿਹੜੀ ਹੈ ਨਜਾਇਜ਼ ਜਿਹੜੀ ਰੇਤਾ ਕੱਢੀ ਜਾ ਰਹੀ ਹੈ, ਇਲੀਗਲ ਮਾਈਨਿੰਗ ਹੋ ਰਹੀ ਹੈ। ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਤੇ ਇਹ ਹੈ ਵੀ ਸੱਚ ਕਿ ਰੋਜ਼ਾਨਾ ਹੀ ਬੜੀਆਂ ਰਿਪੋਰਟਾਂ ਆ ਰਹੀਆਂ ਨੇ। ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਇੱਕ ਟੀਵੀ ਚੈਨਲ ਦੀ ਟੀਮ ਕਿਸੇ ਖੱਡ ਤੇ ਗਈ, ਉਹਨਾਂ ਕੋਲ ਰਿਪੋਰਟ ਸੀ ਕਿ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ। ਆ ਪਿਛਲੇ ਹਫਤੇ ਦੀ ਗੱਲ ਹੀ ਹੈ ਜੀ। ਔਰ ਜਦੋਂ ਉੱਥੇ ਰਿਪੋਰਟਰ ਜਾਂਦੇ ਨੇ, ਉਹ ਜਾ ਕੇ ਪੁੱਛਦੇ ਨੇ ਤੁਸੀਂ ਇਲੀਗਲ ਮਾਈਨਿੰਗ ਕਰ ਰਹੇ ਜੀ, ਔਰ ਉਹਨਾਂ ਨੂੰ ਉੱਥੇ ਕੁੱਟਿਆ ਜਾਂਦਾ ਹੈ, ਗਾਲ ਪੈਂਦੇ ਆ। ਇੱਥੋਂ ਤੱਕ ਜਿਹੜਾ ਠੇਕੇਦਾਰ ਉਹ ਕਹਿੰਦਾ ਕਿ ਇਹਨਾਂ ਨੂੰ ਫੜੋ, ਛਿੱਤਰ ਫੇਰੋ ਤੇ ਇਸੇ ਜ਼ਮੀਨ 'ਚ ਦੱਬ ਦਿਓ। ਉਹ ਰੌਲਾ ਪੈਂਦਾ, ਉਹ ਚੈਨਲ ਪੂਰਾ ਉਸ ਗੱਲ ਨੂੰ ਚੁੱਕਦਾ ਆ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਰਿਪੋਰਟ ਮੰਗਾ ਲਈ ਹੈ, ਇਹ ਜਿਹੜੀ ਮਾਈਨਿੰਗ ਹੈ ਇਹ ਲੀਗਲ ਹੋ ਰਹੀ ਹੈ, ਇਹ ਜਿਹੜੀ ਰੇਤਾ ਕੱਢੀ ਜਾ ਰਹੀ ਹੈ ਇਹ ਕਾਨੂੰਨੀ ਕੱਢੀ ਜਾ ਰਹੀ ਹੈ, ਸਹੀ ਕੱਢੀ ਜਾ ਰਹੀ ਹੈ। ਉਹ ਮੀਡੀਆ ਚੈਨਲ ਜਿਹੜਾ ਆ ਆਪਣੀ ਪਹੁੰਚ ਕਰਦਾ ਹੈ, ਤਹਿ ਤੱਕ ਜਾਂਦਾ ਹੈ, ਮਾਈਨਿੰਗ ਅਫਸਰਾਂ ਨੂੰ ਘੇਰਦਾ ਹੈ, ਦਬਾਅ ਬਣਾਉਂਦਾ ਹੈ ਤੇ ਮਾਈਨਿੰਗ ਅਫਸਰ ਫਿਰ ਸੱਚ ਲਿਖਦੇ ਆ ਕਿ ਇੱਥੇ ਜਿਹੜੇ ਇਲੀਗਲ ਮਾਈਨਿੰਗ ਹੋ ਰਹੀ ਹੈ, ਔਨ ਰਿਕਾਰਡ ਹੈ। ਆਪਣੇ ਪੰਜਾਬ ਦਾ ਪੰਜਾਬੀ ਚੈਨਲ ਹੈ, ਉਹਨਾਂ ਨੇ ਤਹਿ ਤੱਕ ਜਾ ਕੇ ਜਦੋਂ ਫਿਰ ਉਹ ਮਾਈਨਿੰਗ ਆਫੀਸਰ ਔਰ ਐਸਡੀਐਮ ਉਸ ਚੀਜ਼ ਨੂੰ ਵੈਟ ਕਰਦਾ ਆ ਕਿ ਵਾਕਿਆ ਜਿਹੜੀ ਇਸ ਜਗ੍ਹਾ ਦੇ ਉੱਤੇ ਮਾਈਨਿੰਗ ਜਿਹੜੀ ਆ ਨਜਾਇਜ਼ ਹੋ ਰਹੀ ਹੈ, ਉੱਥੇ ਸੀਐਮ ਜਿਹੜੇ ਮਿੰਟ 'ਚ ਕਲੀਨ ਚਿੱਟ ਦੇ ਦਿੰਦੇ ਆ ਵੀ ਇੱਥੇ ਕੁਝ ਨਹੀਂ ਹੋ ਰਿਹਾ, ਉੱਥੇ ਸੀਐਮ ਦੇ ਕੀ ਪੱਲੇ ਰਹਿ ਗਿਆ? ਇੱਕ ਮੁੱਖ ਮੰਤਰੀ ਜਿਹੜਾ ਇੱਕ ਰੇਤਾ ਦੀ ਨਜਾਇਜ਼ ਮਾਈਨਿੰਗ ਹੋ ਰਹੀ ਸੀ, ਉਹਦਾ ਮਸਲਾ ਸਾਹਮਣੇ ਆਇਆ, ਮੀਡੀਆ ਨੇ ਲਿਆਂਦਾ ਤੇ ਉਹਦੇ ਉੱਤੇ ਝੱਟ ਦੇ ਨੇ ਆਪਦਾ ਰਿਐਕਸ਼ਨ ਦਿੱਤਾ, ਨਹੀਂ ਮੇਰੇ ਕੋਲ ਰਿਪੋਰਟ ਆ ਗਈ ਹੈ, ਮੈਂ ਰਿਪੋਰਟ ਮੰਗਾ ਲਈ ਹੈ, ਉੱਥੇ ਕੋਈ ਇਲੀਗਲ ਮਾਈਨਿੰਗ ਨਹੀਂ ਹੋ ਰਹੀ। ਇਹ ਦੁਖਾਂਤ ਹੈ। ਆ ਭੋਆ ਆ ਹਲਕਾ ਪਠਾਨਕੋਟ ਦੇ ਵਿੱਚ 30 ਫੁੱਟ ਡੂੰਘੀ ਉੱਥੇ ਜਿਹੜੀ ਰੇਤਾ ਕੱਢੀ ਗਈ ਹੈ, ਉਹ ਵੀ ਔਨ ਰਿਕਾਰਡ ਹੈ। ਸਵਰਨ ਸਲਾਰੀਆ ਜੀ ਨੇ, ਭਾਰਤੀ ਜਨਤਾ ਪਾਰਟੀ ਦੇ ਲੀਡਰ, ਉਹਨਾਂ ਨੇ ਜਾ ਕੇ ਹਾਲ ਭਰਿਆ ਮਚਾਈ, ਔਰ ਉੱਥੋਂ ਦੇ ਜਿਹੜੇ ਜੋਗਿੰਦਰਪਾਲ ਐਮਐਲਏ ਨੇ ਜੀ, ਔਰ ਸ਼ਰੇਆਮ ਉਹਨਾਂ ਦੀ ਇਨਵੋਲਵਮੈਂਟ ਹੈ। ਕਿਤੇ ਵੀ ਜਿੱਥੇ ਵੀ ਕਿਤੇ ਇਲੀਗਲ ਮਾਈਨਿੰਗ ਹੋ ਰਹੀ ਹੈ ਉੱਥੇ ਆਪਾਂ ਪਠਾਨਕੋਟ ਦੀ ਗੱਲ ਵੀ ਅਗਲੇ ਸੈਗਮੈਂਟ 'ਚ ਕਰਾਂਗੇ। ਮੈਨੂੰ ਛੋਟਾ ਜਿਹਾ ਰਿਐਕਸ਼ਨ ਲੈ ਲਵਾਂ ਸਾਰਿਆਂ ਤੋਂ, ਫਿਰ ਮੈਂ ਮਿੱਤਲ ਸਾਹਿਬ ਇਹ ਮਸਲਾ ਬਹੁਤ ਵੱਡਾ ਹੈ, ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ, ਔਰ ਵਾਰ-ਵਾਰ ਜਦੋਂ ਸਰਕਾਰ ਦੇ ਉੱਤੇ ਇਸ ਤਰ੍ਹਾਂ ਕਿਹਾ ਜਾਂਦਾ, ਔਰ ਸਰਕਾਰ ਅੱਗੋਂ ਇਹ ਕਹਿੰਦੀ ਹੈ ਕਿ ਇਲੀਗਲ ਕੁਝ ਵੀ ਨਹੀਂ ਹੋ ਰਿਹਾ, ਲੀਗਲ ਹੈ। ਪਰ ਸਵਾਲ ਇਹ ਖੜਾ ਹੁੰਦਾ ਕਿ ਲੀਗਲ ਕੰਮ ਵੀ ਤਾਂ ਹੋਣਾ ਹੀ ਹੈ ਨਾ, ਲੋਕਾਂ ਦੀ ਇਮਾਰਤ ਸਾਜੀ ਹੈ, ਸਰਕਾਰੀ ਕੰਮ ਹੈ, ਉਹ ਕੰਮ ਕਿਵੇਂ ਹੋਏਗਾ? ਜੇ ਅਸੀਂ ਹਰ ਖੱਡ ਨੂੰ ਇਲੀਗਲ ਨਜ਼ਰੀਏ ਨਾਲ ਦੇਖਾਂਗੇ ਤਾਂ ਕੰਮ ਕਿਵੇਂ ਚੱਲੇਗਾ? ਹਰਪ੍ਰੀਤ ਜੀ, ਇਲੀਗਲ ਮਾਈਨਿੰਗ 2 ਹਿੱਸਿਆਂ 'ਚ ਵੰਡੀ ਜਾ ਸਕਦੀ ਹੈ। ਇੱਕ ਤਾਂ ਹੈ ਕਿ ਜਿਹੜੀ ਹੈ ਹੀ ਇਲੀਗਲ, ਜਿਸ ਦੀ ਕੋਈ ਸਰਕਾਰ ਵੱਲੋਂ ਬੋਲੀ ਨਹੀਂ, ਟੋਟਲੀ ਇਲੀਗਲ ਮਾਈਨਿੰਗ ਹੋ ਰਹੀ ਹੈ, ਇੱਕ ਤਾਂ ਉਹ ਇਲੀਗਲ ਹੈ। ਦੂਸਰੀ ਹੈ ਜਿਹੜੀ ਕਿਤੇ ਕੋਈ ਸਾਈਟ, ਕੋਈ ਕੁਐਰੀ ਜਿਹੜੀ ਹੈਗੀ ਆ ਉਹਦੀ ਨਿਲਾਮੀ ਹੋ ਗਈ, ਠੇਕੇਦਾਰ ਨੂੰ ਅਲਾਟ ਹੋ ਗਈ, ਉਹ ਜਦੋਂ ਉੱਥੇ ਮਾਈਨਿੰਗ ਕਰਨ ਵਾਸਤੇ ਜਾਂਦੇ, ਰੇਤਾ ਪੱਟਣ ਜਾਂਦੇ, ਤਾਂ ਜੋ ਸਰਕਾਰ ਦੇ ਤੈਅ ਕੀਤੇ ਹੋਏ ਨੋਰਮਸ ਹੈ, ਜੋ ਮਾਪਦੰਡ ਹੈ, ਉਹ ਉਹਨਾਂ ਦੀ ਉਲੰਘਣਾ ਕਰਦੇ ਆ। 10 ਫੁੱਟ ਤੱਕ ਪੱਟ ਸਕਦੇ ਆ, ਲੇਕਿਨ 30 ਫੁੱਟ ਤੱਕ ਪੱਟਦੇ ਆ। ਉਹਨਾਂ ਨੂੰ ਜਿਹੜੀ ਜਗ੍ਹਾ ਅਲਾਟ ਕੀਤੀ ਜਾਂਦੀ ਉਹਦੀ ਬਜਾਏ ਉਹ ਨਾਲ ਲੱਗਦੇ ਦੂਸਰੇ ਖੇਤ ਪੱਟਦੇ ਆ, ਔਰ ਦਿਖਾਉਂਦੇ ਇਹ ਹੈ ਕਿ ਜੀ ਅਸੀਂ ਇੱਥੋਂ ਕਰ ਰਹੇ ਹਾਂ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਚੱਕ ਸਿੰਘ ਵਾਲਾ ਪਿੰਡ ਦੇ ਵਿੱਚ ਹੁਮਨ ਸਿੰਘ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਕਿ ਦੋ ਨੰਬਰ ਲਿੱਤੇ ਸੀ, ਇੱਕ ਪੂਰਾ ਪੱਟ ਲਿੱਤਾ, ਇੱਕ ਅੱਧਾ ਪੱਟ ਕੇ ਛੱਡ ਦਿੱਤਾ, ਔਰ ਜਦੋਂ ਅਫਸਰ ਆਨੇ ਤਾਂ ਉਹ ਜਿਹੜਾ ਅੱਧਾ ਪੱਟਿਆ ਹੁੰਦਾ ਉੱਥੇ ਆਪਣੀ ਮਸ਼ੀਨ ਖੜੀ ਕਰ ਦਿੰਦੇ, ਦਿਖਾਉਣ ਲਈ ਵੀ ਦੇਖੋ ਜੀ ਅਸੀਂ ਇੱਥੋਂ ਪੱਟਿਆ।
ਇਹ ਦੂਸਰੀ ਕਿਸਮ ਦੀ ਇਲੀਗਲ ਮਾਈਨਿੰਗ ਹੈ। ਹੁਣ ਜੇ ਇਹ ਕਿਹਾ ਜਾਵੇ ਕਿ ਜੀ ਇਲੀਗਲ ਮਾਈਨਿੰਗ ਤਾਂ ਹੋ ਨਹੀਂ ਰਹੀ, ਤਾਂ ਮੈਂ ਸਮਝਦਾ ਵੀ ਇਹ ਆਪਣੀ ਸਰਕਾਰ ਦੇ ਹੀ ਬਿਆਨਾਂ ਦੇ ਖਿਲਾਫ ਬੋਲਦੇ ਆ, ਕਿਉਂਕਿ ਮੁੱਖ ਮੰਤਰੀ ਜੀ ਨੇ ਹੈਲੀਕਾਪਟਰ ਰਾਹੀਂ ਦੌਰਾ ਕੀਤਾ ਸੀ ਔਰ ਖੁਦ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਸੀ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ, ਲੇਕਿਨ ਉਸ ਦੇ ਬਾਵਜੂਦ ਇਲੀਗਲ ਮਾਈਨਿੰਗ ਬੰਦ ਨਹੀਂ ਹੋ ਰਹੀ। ਉਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਪ੍ਰੈਸ਼ਰ ਦੇ ਹੇਠਾਂ ਤਾਂ ਕੋਈ ਨਾ ਕੋਈ ਬਿਆਨ ਦਿੰਦੀ ਹੈ, ਲੇਕਿਨ ਉਸ ਨੂੰ ਰੋਕਣ 'ਚ ਸੀਰੀਅਸ ਨਹੀਂ ਹੈ। ਠੀਕ ਹੈ। ਦੂਸਰੀ ਗੱਲ ਮੈਂ ਇੱਕ ਹੋਰ ਦੱਸਣੀ ਚਾਹੁੰਦਾ, ਜਿਹੜੀ ਕਿ ਡਾਕਟਰ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਰਿਵਰਸ ਬਿਡਿੰਗ ਹੁੰਦੀ ਸੀ, ਹੁਣ ਪ੍ਰੋਗਰੈਸਿਵ ਬਿਡਿੰਗ ਹੈ। ਰਿਵਰਸ ਬਿਡਿੰਗ 'ਚ ਕੀ ਹੁੰਦਾ ਸੀ ਕਿ ਜਿਹੜਾ ਸਭ ਤੋਂ ਘੱਟ ਰੇਟ ਵਾਲਾ ਹੁੰਦਾ ਸੀ ਉਹਨੂੰ ਨਿਲਾਮੀ ਦਿੱਤੀ ਜਾਂਦੀ ਸੀ ਤਾਂ ਕਿ ਰੇਟ ਘਟਿਆ ਰਹੇ। ਪ੍ਰੋਗਰੈਸਿਵ ਬਿਡਿੰਗ ਦੇ ਜਿਹੜਾ ਸਭ ਤੋਂ ਵੱਧ ਰੇਟ ਦੇਣ ਵਾਲਾ ਠੇਕੇਦਾਰ ਹੈ ਉਹਨੂੰ ਦਿੱਤਾ ਜਾਂਦਾ। ਹੁਣ 10 ਤੋਂ 15 ਉਹਨੇ ਪੈਸੇ ਪੂਰੇ ਕਿੱਦਾਂ ਕਰਨੇ, ਉਹ ਰੇਟ ਵਧਾ ਕੇ ਦੇਗਾ। ਨੰਬਰ 1 ਇਲੀਗਲ ਮਾਈਨਿੰਗ ਕਰੇਗਾ। ਦੂਸਰੀ ਗੱਲ, ਮਾਈਨ ਜਿਹੜੀਆਂ ਹੈਗੀਆਂ ਉਹਦਾ ਸਿਰਫ 15% ਮਾਈਨਸ ਜਿਹੜੀਆਂ ਆਕਸ਼ਨ ਕੀਤੀਆਂ, ਜਿਹਦੇ ਨਾਲ ਕੀ ਹੈ ਕਿ ਸ਼ਾਰਟੇਜ ਹੈ ਸੈਂਡ ਦੀ ਵੀ ਔਰ ਗ੍ਰੈਵਲ ਦੀ ਵੀ, ਬਜਰੀ ਦੀ ਵੀ, ਪੱਥਰ ਦੀ ਵੀ ਔਰ ਰੇਤੇ ਦੀ ਵੀ। ਤਾਂ ਇਲੀਗਲ ਮਾਈਨਿੰਗ ਨੂੰ ਬੜੋਤਰੀ ਮਿਲ ਰਹੀ ਹੈ ਉਹਦੇ ਨਾਲ, ਔਰ ਸਰਕਾਰ ਉਹਦੇ ਤੇ ਅੱਖਾਂ ਮੀਚ ਕੇ ਬੈਠੀ ਹੈ। ਅੱਜ ਹੀ ਇੱਕ ਕੇਸ ਰਾਜਪੁਰੇ ਦਾ ਮੈਂ ਇੱਕ ਹੋਰ ਚੈਨਲ ਤੇ ਦੇਖ ਰਿਹਾ ਸੀ, ਉਹਨਾਂ ਨੇ ਦਿਖਾਇਆ ਕਿ ਜਦੋਂ ਉੱਥੇ ਗਏ ਤਾਂ ਉਹ ਮਸ਼ੀਨਾਂ ਛੱਡ ਕੇ, ਪੋਕ ਲਾਈਨ ਛੱਡ ਕੇ ਭੱਜ ਗਏ। ਜਿਹੜਾ ਰਿਪੋਰਟਰ ਉੱਥੇ ਦਿਖਾਉਣ ਲਈ ਗਿਆ ਸੀ, ਉਹ ਰਿਪੋਰਟਰ ਨੂੰ ਬਾਅਦ ਵਿੱਚ ਫੋਨ ਆਇਆ ਔਰ ਉਹ ਫੋਨ ਵੀ ਉਹਨਾਂ ਨੇ ਆਪਣੇ ਚੈਨਲ ਤੇ ਚਲਾਇਆ ਔਰ ਉਹਨਾਂ ਨੇ ਧਮਕੀਆਂ ਦਿੱਤੀਆਂ ਕਿ ਤੂੰ ਇਹ ਕਰ। ਸੋ ਇਹ ਸਾਰਾ ਕੁਝ ਸਰਕਾਰ ਦੀ ਅੱਖਾਂ ਦੇ ਔਰ ਨੱਕ ਤਲੇ ਹੋ ਰਿਹਾ, ਲੇਕਿਨ ਉਹ ਸੁੱਤੇ ਪਏ। ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਆ। ਮੁੱਦਾ ਖਾਸਾ ਗਰਮ ਹੈ ਔਰ ਇਸ ਤੇ ਸਰਕਾਰ ਕੀ ਐਕਸ਼ਨ ਲੈਂਦੀ ਹੈ, ਇਹ ਤੇ ਨਜ਼ਰਾਂ ਬਣੀਆਂ ਰਹਿਣਗੀਆਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ ਇਸ ਪੂਰੇ ਮੁੱਦੇ ਦੇ ਉੱਤੇ। ਦੋ ਤਰ੍ਹਾਂ ਦੀ ਇਲੀਗਲ ਮਾਈਨਿੰਗ ਹੋ ਰਹੀ ਹੈ ਔਰ ਇੰਨਾ ਮਜਬੂਰ ਹੋਣਾ ਪੈ ਰਿਹਾ ਕਿਸਾਨਾਂ ਨੂੰ ਕਿ ਖੁਦ ਹੁਣ ਆ ਕੇ ਸਰਕਾਰੀ ਦਰਬਾਰੇ ਗੁਹਾਰ ਲਾ ਰਹੇ ਨੇ ਕਿ ਸਾਡੀ ਫਰਿਆਦ ਸੁਣੋ, ਔਰ ਮੀਡੀਆ ਦੀ ਮਦਦ ਦੇ ਨਾਲ ਸ਼ਾਇਦ ਕੋਈ ਇਸ ਤੇ ਫਰਕ ਪੈ ਜੇ, ਇਹ ਉਮੀਦ ਲਾ ਕੇ ਆਏ ਨੇ। ਮੈਂ ਦਾਈਆ ਸਾਹਿਬ ਤੁਹਾਡੇ ਤੋਂ, ਨਵਜੋਤ ਜੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਹੁਣ ਜਿਹੜੀ ਕਹਾਣੀ ਹੈ ਲਗਭਗ ਤੁਹਾਡੇ ਸਾਹਮਣੇ ਸਾਫ਼ ਹੋ ਗਈ ਹੋਣੀ ਹੈ। ਜੋ ਫੁੰਮਣ ਸਿੰਘ ਜੀ ਨੇ ਕਿਹਾ ਜਾਂ ਜਿਹੜੀ ਮੈਂ ਗੱਲ ਕਰ ਰਿਹਾ ਕਿ ਕੀੜੀ ਖੁਰਦ ਪਠਾਨਕੋਟ ਦੇ ਵਿੱਚ ਅਸੀਂ ਜਦੋਂ ਸਟਿੰਗ ਆਪਰੇਸ਼ਨ ਕੀਤਾ ਤੇ ਉੱਥੇ 1 ਦਰਜਨ ਟਿੱਪਰ ਰਾਤ ਨੂੰ ਰੇਤੇ ਦੇ ਭਰ ਕੇ ਨਿਕਲੇ। ਦੋ ਗੱਲਾਂ ਨੇ, ਇੱਕ ਪਾਸੇ ਅਸੀਂ ਕਹਿੰਦੇ ਕਿ ਮੌਨਸੂਨ ਦੇ ਵਿੱਚ ਮਾਈਨਿੰਗ ਨਹੀਂ ਹੋ ਸਕਦੀ, ਦੂਜੇ ਪਾਸੇ ਅਸੀਂ ਕਹਿੰਦੇ ਕਿ ਰਾਤ ਨੂੰ ਇਲੀਗਲ ਮਾਈਨਿੰਗ ਨਹੀਂ ਹੋ ਸਕਦੀ, ਜੇ ਹੁੰਦੀ ਹੈ ਤਾਂ ਉਹਨੂੰ ਇਲੀਗਲ ਕਹਿੰਦੇ ਆ। ਇਹ ਸਾਰੀਆਂ ਤਸਵੀਰਾਂ ਨੇ ਜਿਹੜੀਆਂ, ਇਹ ਸਿਰਫ ਸਾਡੇ ਟੀਵੀ ਚੈਨਲ ਤੇ ਨਹੀਂ, ਬਾਕੀ ਟੀਵੀ ਚੈਨਲਾਂ ਤੇ ਵੀ ਤੁਸੀਂ ਦੇਖੀਆਂ ਹੋਣੀਆਂ। ਕੀ ਅਸੀਂ ਇਹ ਮੰਨ ਕੇ ਚੱਲੀਏ ਕਿ ਰੇਤ ਮਾਫੀਆ ਇੰਨਾ ਹਾਵੀ ਹੋ ਚੁੱਕਾ ਹੈ ਕਿ ਸਰਕਾਰ ਦੀ ਨਕੇਲ ਤੋਂ ਬਾਹਰ ਹੈ, ਜਾਂ ਸਰਕਾਰ ਦੇ ਵੱਸ ਦੀ ਗੱਲ ਨਹੀਂ ਰਹੀ ਹੁਣ? ਇੱਕ ਪਾਸੇ ਤਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਆਪਣਾ ਬਹੁਤ ਦਬਾਅ ਬਣਾ ਕੇ ਰੱਖਦੇ ਹਾਂ। ਜਦੋਂ ਗੱਲ ਹੋਈ ਜਿਹੜੀ ਉਹ ਮਾਈਨਿੰਗ ਦੇ ਵਿੱਚ, ਕੈਪਟਨ ਸਾਹਿਬ ਨੇ ਦੱਸਿਆ ਕਿ ਉਹ ਮਾਈਨਿੰਗ ਦੀ ਉਹਨਾਂ ਨੇ ਇਮੀਡੀਏਟ ਜਿਹੜੇ ਬੰਦਿਆਂ ਨੇ ਪੱਤਰਕਾਰਾਂ ਤੇ ਹਮਲਾ ਕੀਤਾ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਈ, ਅਰੈਸਟ ਕੀਤਾ ਗਿਆ, ਤੇ ਜਿਹੜੇ ਲੋਕਲ ਐਡਮਿਨਿਸਟ੍ਰੇਟਰ ਹੈਗੇ ਸੀਗੇ ਉਹਨਾਂ ਨੇ ਉਹਦੀ ਪ੍ਰੋਪਰ ਸਹੀ ਰਿਪੋਰਟ ਬਣਾ ਕੇ ਭੇਜੀ, ਜਿਹਦੇ ਵਿੱਚ ਦੱਸਿਆ ਗਿਆ ਕਿ ਕਿਹੜੇ ਖਸਰੇ 'ਚ ਕਿੱਦਾਂ ਮਾਈਨਿੰਗ ਹੋ ਰਹੀ ਸੀ। ਔਰ ਜਿਹੜੇ ਉਹ ਅਫਸਰ ਜਿਹੜੇ ਉਹਦੇ ਲਈ ਜ਼ਿੰਮੇਵਾਰ ਹੈਗੇ ਨੇ, ਜਿਨ੍ਹਾਂ ਨੇ ਉੱਥੇ ਗਲਤ ਮਾਈਨਿੰਗ ਕਰਵਾਈ ਹੋਊਗੀ ਜਾਂ ਕੋਈ ਗਲਤ ਉੱਥੇ ਕੀਤਾ ਹੋਊਗਾ, ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਏਗੀ। ਮੇਰੇ ਕਹਿਣ ਦਾ, ਨਵਜੋਤ ਜੀ, ਮੇਰੇ ਕਹਿਣ ਦਾ ਮਤਲਬ ਹੋਰ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੰਨਾ ਸਖਤ ਮੈਸੇਜ ਤੁਸੀਂ ਦਿੱਤਾ ਹੋਇਆ, ਦੂਜੀ ਗੱਲ ਕੀਤੀ ਹੈ, ਇੰਨਾ ਸਖਤ ਮੈਸੇਜ ਦਿੱਤਾ ਹੋਇਆ, ਉਹਦੇ ਬਾਵਜੂਦ ਅਜਿਹੀਆਂ ਘਟਨਾਵਾਂ ਹੋਣ ਹੀ ਕਿਉਂ? ਕੀ ਕੈਪਟਨ ਸਾਹਿਬ ਦਾ ਡਰ ਲੱਥ ਚੁੱਕਿਆ ਲੋਕਾਂ ਦੇ ਉੱਤੋਂ ਕਿ ਮਾਈਨਿੰਗ ਦੇ ਉੱਤੇ ਕੋਈ ਡਰ ਨਹੀਂ ਹੈ? ਐਸਐਸਪੀ ਦਾ, ਡੀਜੀਪੀ ਦਾ, ਡੀਸੀ ਦਾ। ਤੁਸੀਂ ਜਿਹੜੀ ਦੂਜੀ ਗੱਲ ਕੀਤੀ ਕਿ ਡਾਰਾਂ ਜਿਹੜੀਆਂ ਟਿੱਪਰਾਂ ਦੀਆਂ ਲੰਘਦੀਆਂ ਨੇ, ਮੈਂ ਤੁਹਾਨੂੰ ਅੱਗੇ ਆਲਰੇਡੀ ਦੱਸ ਚੁੱਕਾ ਹਾਂ ਕਿ ਜਿਹੜਾ ਡੰਪ ਕੀਤਾ ਹੋਇਆ ਰੇਤਾ ਹੈ ਉਹਨੂੰ ਆਪਣੇ ਠੇਕੇਦਾਰ ਜਦੋਂ ਮਰਜ਼ੀ ਚੱਕ ਸਕਦੇ ਨੇ, ਕਿਉਂਕਿ ਜੇ ਤੁਸੀਂ ਡੰਪ ਰੇਤਾ ਨੂੰ ਨਹੀਂ ਅਵੇਲੇਬਲ, ਰਾਤ ਨੂੰ ਕੀ ਲੋੜ ਹੈ, ਦਿਨ ਚੱਕ ਲਓ। ਕੰਸਟਰਕਸ਼ਨ ਕਿੱਦਾਂ ਚੱਲੂਗੀ? ਤੁਸੀਂ ਉਹ ਦਿਨੇ ਵੀ ਤੇ ਚੱਕਦੇ ਹੀ ਹੋਣਗੇ ਜੀ। ਮੈਂ ਥੋੜਾ ਜਿਹਾ ਕਰੈਕਟ ਕਰਦੇ ਹਾਂ ਨਵਜੋਤ ਜੀ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਰੇਤੇ ਦਾ ਕਾਲਾ ਖੇਡ ਰਾਤ ਨੂੰ ਚੱਲਦਾ ਜੀ। ਲੇਕਿਨ ਥੋੜਾ ਜਿਹਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਤੁਸੀਂ ਗੱਲ ਕਰਦੇ, ਤੁਸੀਂ ਵੀ ਢੇਰ ਦੀ, ਤੁਸੀਂ ਇੱਕ ਤਾਂ ਗੱਲ ਸਟਕ ਕਰ ਗਏ ਵੀ ਉਹ ਢੇਰ ਹੈ, ਢੇਰ ਹੈ, ਢੇਰ ਹੈ। ਗੱਲ ਤਾਂ ਸਾਰੀ ਇੰਨੀ ਹੈ ਕਿ ਵੀ ਜਿਹੜੇ ਪੰਜਾਬ ਦੇ, ਤੁਹਾਨੂੰ ਇੱਕ ਗੱਲ ਤਾਂ ਪਤਾ ਹੀ ਹੈ, ਜਿਹੜੀਆਂ ਨਦੀਆਂ ਨਹਿਰਾਂ ਜਿਹੜੇ ਸੀਗੇ ਆ ਕੇ ਜਿਹੜੇ ਮਾਈਨਿੰਗ ਵਾਲੇ ਜਿਹੜੇ ਖਸਰੇ ਨੰਬਰ ਜਾਂ ਅਲੱਗ-ਅਲੱਗ ਹੈ, ਉਹ ਆਲਮੋਸਟ ਜ਼ਿਆਦਾਤਰ ਪੋਲੀਟੀਸ਼ੀਅਨਸ ਨੇ ਜਾਂ ਕੋਈ ਜਿਹੜੀ ਰੇਤ ਮਾਫੀਆ ਦੇ ਲੋਕਾਂ ਨੇ ਖਰੀਦੇ ਹੋਏ ਨੇ। ਉਦੋਂ ਲੱਖ 2 ਲੱਖ 4 ਲੱਖ ਨੂੰ ਉਦੋਂ ਕਿੱਲਾ ਹੁੰਦਾ ਸੀ, ਆ ਕੇ ਰੇਤਾ ਲੈਂਦਾ ਨਹੀਂ ਸੀ, ਹੁਣ ਸਾਰਾ ਲਿਆ ਹੈ। ਉਹੀ ਨੰਬਰ ਪੈਣੇ ਨੇ, ਮਾਈਨਿੰਗ ਡਿਪਾਰਟਮੈਂਟ ਐਕਸਟਰਾ ਤੋਂ ਕੱਢ ਕੇ ਲੈ ਕੇ ਆਏਗਾ ਨਹੀਂ, ਉਹ ਮਾਈਨਿੰਗ ਉਹਦੇ ਵਿੱਚ ਪਾਣੀ ਹੈ, ਉਹ ਮਾਈਨਿੰਗ ਵਾਲੇ ਨੰਬਰ ਆਕਸ਼ਨ ਹੋਣਗੇ ਤੇ ਜਿਹੜੇ ਉਹਦੀ ਜਿਹਦੀ ਜ਼ਮੀਨ ਹੈ ਉਹਨੂੰ ਰਾਇਲਟੀ ਮਿਲਣੀ ਹੈ। ਇਹ ਤਾਂ ਪਾਲਿਸੀ ਵੀ ਹੈਗੀ ਹੈ। ਲੇਕਿਨ ਗੱਲ ਤਾਂ ਸਾਰੀ ਇੰਨੀ ਹੈ ਜੀ, ਜਿਹੜੀ ਆਪ ਲੋਕਾਂ ਨੂੰ ਸਸਤੀ ਰੇਟ ਤੇ ਦੂਰ ਦੀ ਗੱਲ ਹੈ, ਜਿਹੜਾ ਮਾਫੀਆ ਨਕੇਲ ਨਹੀਂ ਕੱਸਿਆ ਜਾ ਰਿਹਾ, ਜਿਹੜਾ ਡਿਪਾਰਟਮੈਂਟ ਅੱਖਾਂ ਬੰਦ ਕਰਕੇ ਬੈਠਾ। ਗੱਲ ਤਾਂ ਦੇਖੋ ਇੰਨੀ ਹੈ,
ਉਹੀ 17 ਮੀਟਿੰਗਾਂ ਹੋਈਆਂ ਜੀ ਪਿਛਲੀਆਂ 2.5 ਮਹੀਨੇ ਦੌਰਾਨ ਸੈਂਡ ਮਾਫੀ ਨੂੰ ਲੈ ਕੇ 17 ਮੀਟਿੰਗਾਂ ਚੀਫ ਮਿਨਿਸਟਰ ਮੰਤਰੀ ਅਲੱਗ-ਅਲੱਗ ਡੀਸੀ ਐਸਐਸਪੀ ਔਰ ਬਕਾਇਦਾ ਇਹ ਕਿਹਾ ਕਿ ਇਸ ਨੂੰ ਕੰਟਰੋਲ ਕਰਵਾ ਕੇ ਬਰਨਾਲਾ ਉੱਥੇ ਦੋ ਇੱਦਾਂ ਹੀ ਆ ਕੇ ਲੇਕਿਨ ਨਹੀਂ ਚੱਲਿਆ। ਗੱਲ ਤਾਂ ਸਰ ਇੰਨੀ ਹੈ ਕਿ ਇਲੀਗਲ ਮਾਈਨਿੰਗ ਰੋਕਣ ਵਾਸਤੇ ਸਰਕਾਰ ਦੇਖੋ ਮੈਂ ਨਹੀਂ ਕਹਿੰਦਾ ਭਾਈ ਸਾਹਿਬ ਟਾਈਮ ਪਹਿਲਾਂ ਸੀ ਮਹੀਨਾ 2 ਮਹੀਨੇ ਨਵਾਂ ਟਾਈਮ ਹੁਣ 1.25 ਸਾਲ ਹੋ ਗਿਆ ਘੱਟੋ ਘੱਟ ਆਪਾਂ ਇਹਦੇ 'ਚ ਲੋਕਾਂ ਨੂੰ ਰੇਤ ਸਸਤੀ ਤੇ ਪ੍ਰੋਵਾਈਡ ਕਰਵਾਉਣੀ ਹੈ। ਰੇਤ ਮਾਫੀਆ ਨੂੰ ਵੀ ਜਿਹੜਾ ਨਕੇਲ ਪਾਣਾ ਸਰਕਾਰ ਦਾ ਫਰਜ਼ ਬਣਦਾ। ਤੁਸੀਂ ਭਾਈ ਸਾਹਿਬ ਕਿਰਪਾ ਕਰਕੇ ਰਿਕੁਐਸਟ ਇਹ ਹੈ ਕਿ ਤੁਸੀਂ ਇਹ ਨਾ ਸੋਚੋ ਵੀ ਆਪਾਂ ਕੋਈ ਤੁਹਾਡੇ ਤੇ ਕੋਈ ਐਲੀਗੇਸ਼ਨ ਸਰਕਾਰ ਦੇ ਲਾ ਰਹੇ ਹਾਂ, ਸਿਰਫ ਇੰਨੀ ਗੱਲ ਹੈ ਕਿ ਜੋ ਦਿਖ ਰਿਹਾ ਹੈ ਉੱਥੇ ਕਾਰਵਾਈ ਹੋਣੀ ਚਾਹੀਦੀ ਹੈ। ਠੀਕ ਹੈ, ਇੱਕ ਮਿੰਟ ਫੁੰਮਣ ਸਿੰਘ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ ਜਿਹੜਾ ਵਾਰ-ਵਾਰ ਦਾਈਆ ਸਾਹਿਬ ਕਹਿ ਰਹੇ ਨੇ ਕਿ ਵਾਕਈ ਉੱਥੇ ਰੇਤ ਦੀਆਂ ਢੇਰੀਆਂ ਲੱਗੀਆਂ ਹੋਈਆਂ ਨੇ, ਸਿਰਫ ਉਹ ਚੱਕੀਆਂ ਜਾ ਰਹੀਆਂ ਨੇ ਜਾਂ ਮਾਈਨਿੰਗ ਹੋ ਰਹੀ ਹੈ, ਰੇਤਾ ਕੱਢੀ ਵੀ ਜਾ ਰਹੀ ਹੈ? ਉਹ ਸਰ ਜਿਹੜੀ ਢੇਰੀਆਂ ਤੁਹਾਨੂੰ ਮੈਂ ਦੱਸੀਆਂ ਨੇ ਉਹ ਜਿਹੜੀ ਉੱਪਰੋਂ 2-2 2.5 ਫੁੱਟ ਮਿੱਟੀ ਹੁੰਦੀ ਆ ਉਹਨੂੰ ਇਕੱਠੀ ਕਰਦੇ ਆ। ਉਹਦਾ ਕਾਰਨ ਉਹ ਇਕੱਠੀ ਥੱਲੋਂ ਰੇਤਾ ਤਾਂ ਹੀ ਨਿਕਲਣੀ ਉਹ ਉੱਪਰੋਂ ਇਕੱਠੀ ਕਰਕੇ ਇੱਕ ਸਾਈਡ ਤੇ ਕਰਦੇ ਆ, ਸਾਫ਼ ਕਰਦੇ ਆ, ਬਾਅਦ 'ਚ ਉਹ ਟਿੱਪਰ ਭਰਦੇ ਆ। ਟਿੱਪਰ ਵੀ ਸਾਡੇ ਉਸ ਖੱਡ ਤੋਂ ਟਰਾਲੀਆਂ ਟਿੱਪਰ ਤਕਰੀਬਨ 300 ਦੇ ਕਰੀਬ ਜਾਂਦੇ ਆ ਡੇਲੀ। ਹਰ 2 ਮਿੰਟ ਬਾਅਦ ਇੱਕ ਨਾਗ ਨਿਕਲਦਾ ਜੀ। ਜਿਹੜਾ ਰਾਤ ਨੂੰ ਟਾਈਮ ਵੱਧ ਕੱਟ ਲੈਂਦਾ, ਰਾਤ ਨੂੰ ਅਸੀਂ ਆਪ ਨਹੀਂ ਜਾਂਦੇ ਉੱਥੇ, ਡਰਦੇ। ਜ਼ਿਮੀਦਾਰ ਕਹਿ ਰਹੇ ਨੇ ਝਗੜਾ ਨਾ ਹੋ ਜਾਏ ਉੱਥੇ, ਉਹਨਾਂ ਦੇ ਬੰਦੇ ਛੱਡੇ ਹੁੰਦੇ ਆ, ਠੇਕੇਦਾਰਾਂ ਦੇ ਆਪ ਤਾਂ ਹੁੰਦੇ ਨਹੀਂ, ਉਹਨਾਂ ਦੇ ਮਨੀਮ ਕਹ ਲਓ ਕੁਛ ਵੀ ਕਹਿ ਲਓ, ਉਹ 15-20 ਵੀ ਤੁਰੇ ਫਿਰਦੇ। ਅਸੀਂ ਤਾਂ ਰਾਤ ਨੂੰ ਡਰਦੇ ਜਾਂਦੇ ਹੀ ਨਹੀਂ ਉੱਥੇ। ਪਹਿਲੀ ਗੱਲ ਤਾਂ ਆ ਵੀਡੀਓ ਅਸੀਂ ਬੜੀ ਮੁਸ਼ਕਿਲ ਨਾਲ ਬਣਾਈ, ਉਸ ਦਿਨ ਸਾਡੇ ਨਾਲ ਲੜਾਈ ਝਗੜਾ ਹੋਣ ਲੱਗਾ ਤਾਂ ਅਸੀਂ ਸਿੱਧਾ ਐਸਐਸਪੀ ਸਾਹਿਬ ਦੇ ਨੰਬਰ ਸਾਨੂੰ ਮਿਲਿਆ ਤਾਂ ਅਸੀਂ ਉਧਰ ਕੀਤਾ। ਉਹ ਵੀ ਥੋੜੀ ਜਿਹੀ ਮਿੰਟ 2 ਮਿੰਟ ਦੀ ਸਾਡੀ ਬਣੀ ਨੇ, ਉਹ ਟਿੱਪਰਾਂ ਦੇ ਸਾਰੀ ਵੀਡੀਓ ਬਣਾ ਸਕਦੇ ਦੇ ਸਕਦੇ। ਠੀਕ ਹੈ, ਬਾਕੀ ਉਹ ਜਿਹੜੇ ਦਾਈ ਸਾਹਿਬ ਮੈਂ ਇੱਕ ਸਵਾਲ ਲੈਣਾ। ਦਾਈ ਸਾਹਿਬ ਇਹ ਜਿਹੜੀ ਗੱਲ ਫੁੰਮਣ ਸਿੰਘ ਜੀ ਕਹਿ ਰਹੇ ਨੇ, ਨਾ ਇਹ ਅਕਾਲੀ ਦਲ ਦੇ ਨੇ, ਨਾ ਬੀਜੇਪੀ ਦੇ ਨੇ, ਨਾ ਕਾਂਗਰਸ ਦੇ, ਕਿਸਾਨ ਹੈ, ਆਮ ਕਿਸਾਨ ਹੈ ਜਿਹੜਾ ਦੁਖੀ ਹੋ ਕੇ ਅੱਜ ਇਹ ਸਭ ਕੁਝ ਬਿਆਨ ਕਰ ਰਿਹਾ। 300 ਟਿੱਪਰ ਟਰਾਲੀਆਂ ਰੋਜ਼ ਜਾਂਦੇ, 300। ਸਰ ਮੈਂ ਤਾਂ ਹਰਪ੍ਰੀਤ ਜੀ ਇਹ ਗੱਲ ਸਮਝ ਰਿਹਾ ਕਿ ਅਸੀਂ ਆਪੇ ਹੀ ਵਕੀਲ, ਆਪੇ ਹੀ ਜੱਜ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਸਿਸਟਮ ਹੈ, ਇੱਕ ਲਾਅ ਹੈ। ਜੇ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਕਿਹਾ, ਐਸਐਸਪੀ ਸਾਹਿਬ ਨੇ ਉਹਨਾਂ ਦੀ ਸੁਣਵਾਈ ਕੀਤੀ। ਕਿਹੜੀ ਸੁਣਵਾਈ ਹੋਈ ਹੈ? ਇਹਨਾਂ ਦੇ ਦੱਸੇ ਮੁਤਾਬਕ ਕਿਹੜੀ ਸੁਣਵਾਈ ਹੋਈ ਹੈ? ਐਫਡੀਐਮ ਸਾਹਿਬ ਨੇ ਕਹਿ ਦਿੱਤਾ ਪਈਆਂ ਨੇ, ਮਾਈਨਿੰਗ ਹਾਲੇ ਵੀ ਹੋ ਰਹੀ ਹੈ। ਐਸਡੀਐਮ ਸਾਹਿਬ ਕਹਿੰਦੇ ਨੇ ਕਿ ਪੋਕਲੇਨ ਮਸ਼ੀਨਾਂ ਆ ਕੇ ਚੰਡੀਗੜ੍ਹ ਤੋਂ ਚੱਕੀਆਂ ਜਾਣਗੀਆਂ, ਤੁਸੀਂ ਕਾਰਵਾਈ ਦੀ ਗੱਲ ਕਰਦੇ ਹੋ। ਕਿਉਂ ਝੂਠ ਬੋਲੀ ਜਾਂਦੇ ਦਾਈਆ ਸਾਹਿਬ? ਝੂਠ ਨਾਲ ਕੋ, ਸੱਚ ਨਾਲ ਕੋ। ਸੌਰੀ, ਤੁਸੀਂ ਮੈਨੂੰ, ਮੈਂ ਕਿਉਂ ਝੂਠ ਬੋਲ, ਉਹ ਤੁਸੀਂ ਮੇਰੀ ਗੱਲ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਜੀ। ਤੁਸੀਂ ਸਾਰਾ ਕੰਮ ਇੱਥੇ ਝੂਠ ਦਾ ਜਿਹੜਾ ਪੜਾ ਜਿਹੜਾ ਬੰਨੀ ਜਾਂਦੇ ਹੋ, ਕੀ ਤੁਸੀਂ ਸਮਝਦੇ ਹੋ? ਸਰ ਇਹ ਝੂਠ ਬੋਲ ਰਹੇ ਆ, ਇਹ ਕਿਸੇ ਪੋਲੀਟੀਕਲ ਪਾਰਟੀ ਤੋਂ ਨਹੀਂ ਹੈ। ਇਹਨਾਂ ਦੀ ਜੀਰੀ ਬੀਜੀ ਹੋਈ ਹੈ ਨਾਲ ਦੇ ਕਿੱਲਿਆਂ 'ਚ, ਤਹਿਸੀਲਦਾਰ ਸਾਹਿਬ ਨਾਲ ਦੇ ਜ਼ਮੀਨ 'ਚ ਜੀਰੀ ਬੀਜੀ ਹੋਈ ਹੈ। ਕਿਸੇ ਪੋਲੀਟੀਕਲ ਪਾਰਟੀ ਤੋਂ ਨਹੀਂ, ਇੱਕ ਆਮ ਇਨਸਾਨ ਦਾ ਦਰਦ ਹੈ, ਸਮਝੋ ਕੁਛ। ਅੰਨੇ ਜ਼ਿਆਦਾ ਜ਼ਿੰਦਗੀ ਨਾ ਦਿਖਾਓ ਲੋਕਾਂ ਨਾਲ। ਉੱਥੇ ਬੀਜ ਹੋਣੀ ਹੈ ਜੀਰੀ, ਉਹ ਜੀਰੀ ਹੁਣ ਉਹਨੇ ਖੱਡ 'ਚ ਥੋੜੀ ਬੀਜਣੀ ਹੈ ਜਾਂ ਦਰਿਆ 'ਚ ਨਹੀਂ ਬੀਜਣੀ। ਸਰ 5 ਕਿੱਲੇ ਖੱਡ ਪੱਟ ਹੋਈ ਹੈ ਤੇ 5 ਕਿੱਲੇ, ਚਲੋ ਇੱਕ ਕਿੱਲਾ 6 ਕਨਾਲ ਤੇ 16 ਮਰਲੇ ਦੀ ਆਕਸ਼ਨ ਸੀਗੀ। 5 ਕਿੱਲੇ ਨਾਲ ਪੱਟ ਹੋਈ ਹੈ, ਕਿਹਦੀ ਜ਼ਿਆਦਾ ਨਾਲ ਪੱਟ ਹੋਈ ਹੈ? ਮੈਂ ਥੋੜਾ ਕੀ ਕਰਦੇ ਐਸਐਸਪੀ ਸਾਹਿਬ, ਕੀ ਕਰਦੇ ਐਫਡੀਐਮ ਸਾਹਿਬ? ਚਲੋ ਕਿਸਾਨ ਦਾ ਇੱਕ ਤੁਸੀਂ ਕਿੰਨੇ ਕਿ ਜਾ ਕੇ ਉਸੇ ਪਮੈਸ਼ ਕੀਤੀ ਹੈ? ਤੁਸੀਂ ਕੀ ਸਮਝਦੇ ਹੋ ਕਿ ਸਾਰੇ ਅਫਸਰ ਸਬਾਨ ਉੱਥੇ ਗਲਤੀ ਬੋਲੀ ਜਾਂਦੇ ਨੇ? ਗਲਤੀ ਬੋਲ ਰਹੇ ਆ ਐਫਡੀਐਮ ਕਹਿੰਦਾ ਚੰਡੀਗੜ੍ਹ ਤੋਂ ਤੁਹਾਡੇ ਸਾਹਮਣੇ ਸਾਰਾ ਝੂਠ ਬੋਲ ਰਿਹਾ। ਐਫਡੀਐਮ ਸਾਹਿਬ ਕਹੀ ਜਾਂਦਾ ਉੱਚੀ ਬੋਲਣ ਦਾ ਝੂਠ ਸੱਚ ਐਫਡੀਐਮ ਸਾਹਿਬ ਕਹੀ ਜਾਂਦਾ ਚੰਡੀਗੜ੍ਹ ਐਫਡੀਐਮ ਪਾਵਰ ਨਹੀਂ ਉੱਥੇ ਮਸ਼ੀਨਾਂ ਜ਼ਬਤ ਕਰਨ ਦੀ। ਮੈਂ ਥੋੜਾ ਜਿਹਾ ਗੁੰਮਰਾਹ ਕਰੀ ਜਾਂਦੇ ਲੋਕਾਂ ਨੂੰ, ਥੋੜਾ ਜਿਹਾ ਕਲੀਅਰ ਕਰ ਲੁੱਟ ਕੇ ਖਾ ਕੇ ਪੰਜਾਬ ਨੂੰ। ਜਿਹੜੀ ਸਰਕਾਰ ਦੀਆਂ ਹਦਾਇਤਾਂ ਉਹਦੇ ਮੁਤਾਬਕ ਜਦੋਂ ਵੀ ਸ਼ਿਕਾਇਤ ਆਣੀ ਹੈ ਸਭ ਤੋਂ ਪਹਿਲੇ ਥਾਣੇ 'ਚ ਆਣੀ, ਕਿਉਂਕਿ ਜੀਐਮ ਮਾਈਨਿੰਗ ਦਾ ਜਿਹੜਾ ਆਫਿਸ ਹੈ ਉਹ ਪਿੰਡ 'ਚ ਨਹੀਂ ਹੁੰਦਾ, ਨੇੜੇ ਸਭ ਤੋਂ ਥਾਣਾ ਹੈ। ਥਾਣਿਆਂ ਨੂੰ ਇਹ ਹਦਾਇਤਾਂ ਸਰਕਾਰ ਦੀਆਂ ਕਿ ਜਦੋਂ ਵੀ ਕੋਈ ਇਦਾਂ ਦਾ ਕੇਸ ਆਵੇ ਤੁਸੀਂ ਇਮੀਡੀਏਟਲੀ ਜਾਣਾ ਹੈ, ਮਾਈਨਿੰਗ ਬੰਦ ਕਰਾ ਕੇ ਮਸ਼ੀਨ ਆਪਣੇ ਕਬਜ਼ੇ 'ਚ ਲੈ ਲੈਣੀ ਹੈ, ਟਰੱਕ ਟਰਾਲੀਆਂ ਜੋ ਵੀ ਹੈਗੇ ਉਹ ਆਪਣੇ ਕਬਜ਼ੇ 'ਚ ਲੈ ਲੈਣੇ ਆ। ਉਸ ਤੋਂ ਬਾਅਦ ਉਹਨਾਂ ਨੇ ਮਾਈਨਿੰਗ ਡਿਪਾਰਟਮੈਂਟ ਨੂੰ ਇਨਫੋਰਮ ਕਰਨਾ। ਮਾਈਨਿੰਗ ਡਿਪਾਰਟਮੈਂਟ ਨੇ ਆ ਕੇ ਉਹਨਾਂ ਨੇ ਉਹਦੀ ਨਿਸ਼ਾਨਦੇਹੀ ਕਰਨੀ ਹੈ ਔਰ ਸਾਰਾ ਤੈਅ ਕਰਨਾ ਵੀ ਕਿਆ ਵਾਕਈ ਇਲੀਗਲ ਮਾਈਨਿੰਗ ਹੈ ਜਾਂ ਨਹੀਂ ਹੈ। ਜੇ ਇਲੀਗਲ ਮਾਈਨਿੰਗ ਹੈ ਤਾਂ ਪੁਲਿਸ ਨੇ ਪਰਚਾ ਦਰਜ ਕਰਕੇ ਗੱਡੀਆਂ ਜ਼ਬਤ ਕਰਕੇ ਉਹ ਸਾਰਾ ਕੇਸ ਕੋਰਟ 'ਚ ਪੇਸ਼ ਕਰਨਾ ਔਰ ਇਹ ਕਾਰਵਾਈ ਇਮੀਡੀਏਟ ਹੋਣੀ ਹੁੰਦੀ ਹੈ। ਇਹਦੇ 'ਚ ਨਾ ਐਸਡੀਐਮ ਦੀ ਰਿਪੋਰਟ ਦੀ ਕੋਈ ਜ਼ਰੂਰਤ ਹੈ, ਨਾ ਕਿਸੇ ਹੋਰ ਦੀ, ਪੁਲਿਸ ਨਾ ਚੰਡੀਗੜ੍ਹ ਦੀ, ਸਿਰਫ ਪੁਲਿਸ ਡਿਪਾਰਟਮੈਂਟ ਨੇ ਕਾਰਵਾਈ ਕਰਨੀ ਔਰ ਮਾਈਨਿੰਗ ਆਫਿਸ ਨੇ ਕਾਰਵਾਈ ਕਰਨੀ। ਨਾਲੇ ਪਾਵਰਾਂ ਉਹਨਾਂ ਦੇ ਕੋਲ ਹੋਈਆਂ, ਬੀਐਲਓ ਦਿੱਤੀਆਂ ਹੋਈਆਂ, ਅਲੱਗ-ਅਲੱਗ ਕੀਤਾ ਗਿਆ। ਭਈਆ ਸਾਹਿਬ ਚੰਡੀਗੜ੍ਹ ਹੈ ਕਿਹੜਾ ਡਿਪਾਰਟਮੈਂਟ ਹੈ ਜਿਹਨੇ ਗੱਡੀਆਂ ਜ਼ਬਤ ਕਰਨੇ ਵੀ ਦੱਸ ਦਿਓ। ਆਪਾਂ ਤੁਹਾਨੂੰ ਦੱਸ ਦੇਣਾ ਰੁਪਏ ਜੀ, ਜਿਹੜਾ ਹੁਣ ਨਵਾਂ ਡਿਪਾਰਟਮੈਂਟ ਲੱਗ ਕੀਤਾ ਹੈ ਉਹ ਮੇਰੀ ਗੱਲ ਤੁਸੀਂ ਸਮਝੋ, ਤੁਸੀਂ ਆਪਣਾ ਹੀ ਜਿਹੜਾ ਹੈਗਾ ਉੱਚੀ ਬੋਲੀ ਜਾਂਦੇ ਹੋ। ਤੁਸੀਂ ਇਹ ਗੱਲ ਮੈਨੂੰ ਦੱਸੋ ਵੀ ਜੇ ਉੱਥੇ ਮਾਈਨਿੰਗ ਇਲੀਗਲ ਹੁੰਦੀ ਤੇ ਇੰਨੇ ਅਫਸਰ ਜਾ ਕੇ ਉੱਥੋਂ ਉਦਾਂ ਹੀ ਮੁੜੇ ਆਉਂਦੇ? ਨਹੀਂ 5 ਕਿੱਲੇ ਪੱਟ ਹੋਣਗੇ, ਹੋਣਗੇ
5 ਕਿੱਲੇ ਪੱਟ ਹੋ 5 ਗਏ। ਕਿੱਲੇ ਪੱਟੋਗੇ ਤੁਸੀਂ, ਇੱਥੇ ਬੈਠੇ 5 ਕਿੱਲੇ ਬਣਾਈ ਜਾਂਦੇ ਹੋ। ਉਹ ਬੈਠੇ ਨੇ ਜ਼ਮੀਨ ਨਾਲ ਜ਼ਮੀਨ ਨਾਲ ਬੈਠੇ ਜਿਹੜੇ ਨੇ, ਵੀਡੀਓ ਲੈ ਕੇ ਆਏ ਆ, ਜਿਹੜੇ ਕਾਗਜ਼ ਲੈ ਕੇ ਆਏ ਆ ਦਾਈਆ ਸਾਹਿਬ, ਉਹ ਸਬੂਤ ਲੈ ਕੇ ਆਏ ਨਾਲ ਨੇ। ਜਿਹੜੇ ਜ਼ਮੀਨ ਵਾਲਾ ਆਪ ਕਿਸੇ ਦੀ ਥੋੜੀ ਨਾਪਣ ਚਲੇ ਜਾਊਗਾ। ਤਾਂ ਜ਼ਿਮੀਦਾਰ ਬੋਲ ਰਹੇ ਜੀ, ਸੁਣੋ ਮੇਰੀ ਗੱਲ ਧਿਆਨ ਨਾਲ। ਆਪੇ ਹੀ ਕੋਰਟ ਵਿੱਚ ਕੇਸ ਕਰ ਲਓ, ਆਪੇ ਹੀ ਜੱਜ ਬਣ ਜਾਓ, ਆਪੇ। ਤੁਸੀਂ ਕਹੋ ਨਾ ਵੀ ਜਾਂਚ ਕਰਾਵਾਂਗੇ, ਜਿਹੜਾ ਝੂਠ ਹੈ ਤੁਸੀਂ ਕਹੋ ਵੀ ਜਾਂਚ ਕਰਾਂਗੇ, ਸਮਝਦੇ ਹੋ ਤੁਸੀਂ ਕੋਈ ਜਾਂਚ ਨਹੀਂ ਕੀਤੀ ਹਾਲੇ ਤੱਕ। ਉੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ, ਕੋਲੋਂ ਸ਼ਿਕਾਇਤਾਂ ਦੇ ਆਏ, ਇਲੀਗਲ ਮਾਈਨਿੰਗ ਹੋ ਰਹੀ ਹੈ, ਇਲੀਗਲ ਤੁਸੀਂ ਇਨਕੁਆਇਰੀ ਕਰਾਓ ਦੀ। ਸਾਡੇ ਐਸਡੀਐਮ ਤੁਸੀਂ ਇਹ ਤਾਂ ਕਹਿ ਨਹੀਂ ਰਹੇ ਵੀ ਅਸੀਂ ਇਨਕੁਆਇਰੀ ਕਰਾਂਗੇ, ਅਫਸਰ ਕਿਉਂ ਨਹੀਂ ਕਾਰਵਾਈ ਕਰਦੇ ਪਏ? ਚਲੋ ਇਹ ਸਭ ਚੰਡੀਗੜ੍ਹ ਆਇਆ, ਕਿਹੜਾ ਡਿਪਾਰਟਮੈਂਟ ਬੈਠਾ ਜਿਹੜਾ ਮਸ਼ੀਨਾਂ ਜ਼ਬਤ ਕਰਨ ਜਾਊਗਾ? ਪਲੀਜ਼ ਉਹ ਡਿਪਾਰਟਮੈਂਟ ਜ਼ਰੂਰ ਦੱਸ ਦਿਓ। ਜਿਹੜਾ ਐਫਡੀਐਮ ਸਾਹਿਬ ਨੇ ਉਹਨਾਂ ਨੂੰ ਕਿਹਾ ਹੈ ਸਾਡੇ ਕਿਸਾਨ ਵੀਰ ਨੂੰ ਚੰਡੀਗੜ੍ਹ ਡਿਪਾਰਟਮੈਂਟ ਜਾ ਕੇ ਮਸ਼ੀਨਾਂ ਜ਼ਬਤ ਕਰੇਗਾ, ਪਲੀਜ਼ ਉਹ ਡਿਪਾਰਟਮੈਂਟ ਦਾ ਨਾਮ ਦੱਸ ਦਿਓ। ਚਲੋ ਇੱਕ ਮਿੰਟ ਮੈਂ ਆਨਾ ਦਾਈਆ ਸਾਹਿਬ ਤੁਹਾਡੇ ਕੋਲ ਵਾਪਸ ਆਣਾ, ਸਾਰਿਆਂ ਦੇ ਰਿਐਕਸ਼ਨ ਲੈਣੇ ਬੜੇ ਜ਼ਰੂਰੀ ਨੇ। ਵਲਟੋਆ ਸਾਹਿਬ ਸਾਡੇ ਨਾਲ ਮੌਜੂਦ ਨੇ। ਵਲਟੋਆ ਸਾਹਿਬ, ਗੱਲ ਇਹ ਹੈ ਕਿ ਜਦੋਂ ਕੋਈ ਕੰਪਲੇਂਟ ਹੁੰਦੀ ਹੈ, ਜਦੋਂ ਕੋਈ ਸ਼ਿਕਾਇਤ ਹੁੰਦੀ ਹੈ, ਉਹ ਸ਼ਿਕਾਇਤ ਸਹੀ ਹੈ ਜਾਂ ਨਹੀਂ ਸਹੀ ਹੈ, ਉਹਨੂੰ ਦਾਈਆ ਸਾਹਿਬ ਦੇ ਕਹਿਣ ਦੇ ਮੁਤਾਬਕ ਥੋੜਾ ਟਾਈਮ ਲੱਗਦਾ ਹੈ, ਕਾਨੂੰਨ ਦੇ ਅਨੁਸਾਰ ਕਾਰਵਾਈ ਹੁੰਦੀ ਹੈ। ਐਸਡੀਐਮ ਵੀ ਗਏ ਨੇ, ਐਸਐਸਪੀ ਵੀ ਗਏ ਨੇ, ਭਰੋਸਾ ਦਵਾਇਆ। ਥੋੜਾ ਜਿਹਾ ਤੁਹਾਨੂੰ ਨਹੀਂ ਲੱਗਦਾ ਕਿ ਜ਼ਿੰਮੇਦਾਰਾਂ ਨੂੰ ਵੀ ਭਰੋਸਾ ਰੱਖਣਾ ਚਾਹੀਦਾ ਹੈ ਜਾਂ ਥੋੜਾ ਸਬਰ ਰੱਖਣਾ ਚਾਹੀਦਾ? ਹਰਪ੍ਰੀਤ ਜੀ, ਤੁਹਾਡੇ ਸਾਹਮਣੇ ਸੱਚ ਹੈ। ਇੱਕ ਕਿਸਾਨ ਜਿਨੇ ਵੱਖ-ਵੱਖ ਦਫ਼ਤਰਾਂ ਨੂੰ, ਵੱਖ-ਵੱਖ ਅਧਿਕਾਰੀਆਂ ਨੂੰ, ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਔਰ ਜਾ ਕੇ ਹਰੇਕ ਦਾ ਦਰਵਾਜ਼ਾ ਖੜਕਾਇਆ। ਐਸਡੀਐਮ ਸਾਹਿਬ, ਤਹਿਸੀਲਦਾਰ ਸਾਹਿਬ ਮੌਕੇ ਤੇ ਗਏ, ਉਹਨਾਂ ਨੇ ਕਹਿਤਾ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ, ਗਲਤ ਮਾਈਨਿੰਗ ਹੋ ਰਹੀ ਹੈ। ਤੇ ਜਦੋਂ ਉੱਥੇ ਪਾਈਪਲਾਈਨ ਕੱਢਣ ਦੀ ਗੱਲ ਆ ਗਈ ਤੇ ਐਸਡੀਐਮ ਸਾਹਿਬ ਪੱਲਾ ਝਾੜ ਕੇ ਪਾਸੇ ਚੱਲ ਗਏ, ਪਿੱਛੋਂ ਦਬਾਅ ਸੀ ਕਿ ਨਹੀਂ ਜੀ ਇਹ ਤਾਂ ਚੰਡੀਗੜ੍ਹ ਵਾਲੇ ਆਣ ਕੇ ਕੱਢਣਗੇ। ਹੁਣ ਇਹ ਵਿਚਾਰੇ ਚੰਡੀਗੜ੍ਹ ਧੱਕੇ ਖਾਂਦੇ ਫਿਰਦੇ ਆ। ਔਰ ਮੈਨੂੰ ਹੈਰਾਨੀ ਹੈ ਦਈਆ ਸਾਹਿਬ ਤੇ ਕਿ ਉਹ ਕਿਸਾਨ ਜਿਹੜਾ ਤੁਹਾਡੇ ਸਾਹਮਣੇ ਬੈਠਾ ਆ, ਜਿਹਦਾ ਕਿਸੇ ਸਿਆਸਤ ਨਾਲ ਲੈਣ ਦੇਣ ਨਹੀਂ, ਜਿਹੜਾ ਦੁਖੀ ਹੈ, ਆਪਣਾ ਦੁੱਖ ਰੋ ਰਿਹਾ ਹੈ, ਤੇ ਤੁਸੀਂ ਸ਼ਰਿਆਂ ਬੈਠੇ ਉਹਨੂੰ ਝੂਠਾ ਕਰਾਰ ਦੇਈ ਜਾ ਰਹੇ। ਦੇਖੋ, ਇੱਕ ਹਰਪ੍ਰੀਤ ਜੀ, ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ, ਕੈਪਟਨ ਸਾਹਿਬ ਦੀ ਸਰਕਾਰ ਬਣਨ ਤੋਂ ਬਾਅਦ ਇਹਨਾਂ ਕਿਹਾ ਸੀ ਅਸੀਂ ਇੱਕ ਮਾਈਨਿੰਗ ਪਾਲਿਸੀ ਲੈ ਕੇ ਆਵਾਂਗੇ। ਮਾਈਨਿੰਗ ਪਾਲਿਸੀ ਬਣਾਉਣ ਵਾਸਤੇ ਇਹਨਾਂ ਨੇ ਇੱਕ ਸਬ ਕਮੇਟੀ ਬਣਾਈ ਮੰਤਰੀ ਸਾਹਿਬਾਨ ਦੀ। ਨਵਜੋਤ ਸਿੰਘ ਸਿੱਧੂ ਵਿਚਾਰੇ ਜਿਸ ਤਰ੍ਹਾਂ ਦਾ ਸੁਭਾਅ ਹੈ ਉਹਨਾਂ ਦਾ, ਬਸ ਕਦੀ ਇੱਧਰ ਨੂੰ, ਕਦੀ ਉੱਧਰ ਨੂੰ, ਕਦੀ ਕਿਸੇ ਸੂਬੇ 'ਚ, ਕਦੀ ਕਿਸੇ ਸੂਬੇ 'ਚ। ਤੇ ਇੱਕ ਦਿਨ ਮਾਰ ਕੇ ਕੱਚ 'ਚ ਰਿਪੋਰਟ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਦੇਣ ਚੱਲਿਆ ਹੈ, ਜਾ ਕੇ ਪੰਜਾਬ ਭਵਨ ਮੁੱਖ ਮੰਤਰੀ ਸਾਹਿਬ ਨੂੰ, ਮੇਰਾ ਖਿਆਲ ਹੈ ਬਾਜਵਾ ਸਾਹਿਬ ਵੀ ਉੱਥੇ ਹੁਣੇ ਪੱਤਰਕਾਰਾਂ ਦੇ ਸਾਹਮਣੇ ਦਿੱਤੀ ਸੀਗੀ, ਉਹ ਰਿਪੋਰਟ ਪੇਸ਼ ਕੀਤੀ ਨਾ। ਤੇ ਅੱਜ ਕੱਲ੍ਹ ਉਸ ਰਿਪੋਰਟ ਦਾ ਪਤਾ ਲੱਗਾ ਹੈ ਵੀ ਉਹ ਰਿਪੋਰਟ ਦੇ ਉਹ ਜਿਹੜਾ ਦੂਸਰਾ ਮੰਤਰੀ ਹੈ, ਜਿਹੜਾ ਮੈਂਬਰ ਹੈ ਉਸ ਕਮੇਟੀ ਦਾ, ਉਹ ਕਹਿੰਦਾ ਕੋਈ ਰਿਪੋਰਟ ਤਿਆਰ ਹੀ ਨਹੀਂ ਹੋਈ। 2 ਮੈਂਬਰ ਇਹ ਸਰਕਾਰ ਭੰਬਲ ਭੂਸੇ 'ਚ ਹੈ, ਨਾ ਇਹਦੀ ਕੋਈ ਨੀਤੀ ਹੈ ਤੇ ਨਾ ਇਹਦੀ ਕੋਈ ਨੀਅਤ ਹੈ। ਦੁੱਖ ਦੀ ਗੱਲ ਹੈ ਕਿ ਅੱਜ ਮਤਲਬ ਕੈਪਟਨ ਅਮਰਿੰਦਰ ਸਿੰਘ ਹੋਰੀ ਹਰੇਕ ਮੁੱਦੇ ਦੇ ਉੱਤੇ ਫੇਲ ਹੋਏ ਨੇ, ਕਾਂਗਰਸ ਸਰਕਾਰ ਹਰੇਕ ਮੁੱਦੇ ਤੇ ਫੇਲ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਦਈਆ ਸਾਹਿਬ ਇੱਕ ਕਿਸਾਨ ਨੂੰ ਜਿਹੜਾ ਸਾਹਮਣੇ ਦੁੱਖ ਰੋ ਰਿਹਾ, ਇਹਨਾਂ ਦੇ ਸਾਹਮਣੇ ਬੈਠਾ ਹੈ, ਉਹਨੇ ਝੂਠਾ ਕਰੀ ਜਾ ਰਿਹਾ। ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ? ਸਿੱਧੂ ਸਾਹਿਬ ਦਾ ਅੱਜ ਵੀ ਬਿਆਨ ਹੈ ਕਿ ਪਾਲਿਸੀ ਜਲਦੀ ਲੈ ਕੇ ਆਵਾਂਗੇ, ਆਈ ਨਹੀਂ ਹਲੇ ਪਾਲਿਸੀ ਦੁਆਰਾ। ਲੰਬੇ ਚਿਰ ਤੋਂ ਪਾਲਿਸੀ ਦੀ ਉਡੀਕ ਜ਼ਰੂਰ ਕੀਤੀ ਜਾ ਰਹੀ ਹੈ ਕਿ ਪਾਲਿਸੀ ਆਵੇ। ਇੱਥੋਂ ਹਿਸਾਬ ਲਾਓ ਕਿ ਸਰਕਾਰ ਦਾ ਹਾਲਾਤ ਹੈ ਕਿ ਜੀ ਡਿਪਾਰਟਮੈਂਟ ਅਲੱਗ ਤਾਂ ਬਣਾਇਆ ਸੀ ਤਾਂ ਕਿ ਜਿਹੜੀ ਬਾਰ-ਬਾਰ ਇਹਨਾਂ ਦੀ ਮਿਲੀ ਭਗਤ ਆ ਰਹੀ ਕੁਝ ਚੀਜ਼ਾਂ ਨੂੰ ਜਾਂ ਹੋਰ ਬੋਝ ਨੇ ਇਹਨੂੰ ਘਟਾਇਆ ਜਾ ਸਕੇ। ਉਹਨਾਂ ਨੇ ਜਿਹੜਾ ਉਹਨੂੰ ਇਰੀਗੇਸ਼ਨ ਦੇ ਤੁਸੀਂ ਮੰਨੋਗੇ ਕੁਝ ਅਫਸਰ ਤੈਨਾਤ ਕੀਤੇ ਨੇ, ਜਿਹੜੇ ਉਹ ਅਫਸਰ ਮਾਈਨਿੰਗ ਅਫਸਰ ਲਗਾਏ ਗਏ, ਜੀਐਮ ਲਗਾਤੇ, ਜਿਹੜੇ ਸਾਲ 1.5 ਸਾਲ ਦੀ ਰਿਟਾਇਰਮੈਂਟ ਹੈ, ਜਿਹਨਾਂ ਨੂੰ ਟੈਕਨੀਕਲੀ ਕੋਈ ਰੂਲ ਦਾ ਪਤਾ ਨਹੀਂ। ਜਦ ਕਿ ਮਾਈਨਿੰਗ ਅਫਸਰ ਡਿਪਾਰਟਮੈਂਟ ਕਹਿੰਦਾ ਕਿ ਉਹਦਾ ਕਾਨੂੰਨ ਲਾਅ ਪੜ੍ਹ ਕੇ ਕੰਮ ਕਰਨਾ ਪੈਂਦਾ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਕੰਮ ਕਰ ਰਹੇ, ਜਿਹੜੇ ਇੰਨੇ ਸਾਲ ਡਿਪਾਰਟਮੈਂਟ ਲੱਗੇ ਪਏ ਨੇ, ਉਹ ਜੋ ਅਲੱਗ ਹੋ ਗਿਆ ਕਿ ਉਹਨਾਂ ਹੈੱਡ ਆਫਿਸ ਵੀ ਜ਼ਬਾਨ ਨਹੀਂ ਪਾ ਰਿਹਾ। ਤੁਸੀਂ ਦੇਖੋ ਕਿ ਵੀ ਜਿਹੜੇ ਐਸਡੀਓ, ਉਹ ਜੇਈ ਐਸਡੀਓ ਐਕਸ਼ਨ ਤੁਸੀਂ ਬਣਾਤਾ, ਜਿਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਉਹ ਤਾਂ ਬਾਈ ਚਾਂਸ ਮੌਨਸੂਨ ਆ ਗਈ ਸੀ, ਉਹ ਬਚਾ ਇਸ ਤਰ੍ਹਾਂ ਹੋ ਗਿਆ ਕਿ ਵੀ ਹੁਣ ਕਿਉਂਕਿ ਕੰਮ ਹੈ ਨਹੀਂ ਜ਼ਿਆਦਾ ਸੀ ਆ ਕੇ, ਤੇ ਜਿਹੜਾ ਉਸ ਕਿਸੇ ਜੇਕਰ ਸਰਕਾਰ ਨੂੰ ਇੱਕਦਮ ਕੰਮ ਕਰਨਾ ਪੈਂਦਾ, ਮੇਰੇ ਜਲੂਸ ਹੋਰ ਨਿਕਲਦਾ ਆ ਕੇ। ਲੇਕਿਨ ਅੱਜ ਮੈਂ ਇਹ ਵੀ ਕਹਿਣਾ ਕਿ ਥੋੜਾ ਸਰਕਾਰ ਨੂੰ ਆਪਣੇ ਲੈਵਲ ਤੇ ਜਿਹੜਾ ਕਰਵਾਉਣਾ ਚਾਹੀਦਾ ਕਿ ਘੱਟੋ ਘੱਟ ਡਿਪਾਰਟਮੈਂਟ ਅਫਸਰਾਂ ਨੂੰ ਜਾਣਕਾਰੀ ਹੋਵੇ, ਕਾਰਵਾਈ ਕਰੇ। ਹੋਰ ਕੁਝ ਨਹੀਂ, ਮੈਂ ਤਾਂ ਕਾਂਗਰਸ ਪਾਰਟੀ ਸਰਕਾਰ ਨਹੀਂ ਗੱਲ ਕਰਨਾ, ਜੋ ਸ਼ਿਕਾਇਤ ਆਉਂਦੀ ਹੈ ਕਿਉਂਕਿ ਜਾਇਜ਼ ਹੈ ਨਜਾਇਜ਼ ਹੈ, ਜਾਂਚ ਕਰੋ, ਸਜ਼ਾ ਦਿਓ। ਜੇ ਤੁਸੀਂ ਜੇਕਰ ਅਕਾਲੀਆਂ ਦੇ ਉੱਪਰ ਤੁਸੀਂ ਚਿੱਕੜ ਸੁੱਟੋਗੇ, ਉਹਨਾਂ ਨੇ ਗਲਤੀ ਕੀਤੀ, ਬਾਹਰ ਬੈਠੇ ਨੇ, ਤੁਸੀਂ ਬਾਰ-ਬਾਰ ਨਾ ਕੋ ਆ ਕੇ। ਠੀਕ ਹੈ। ਹਾਂਜੀ ਨਵਜੋਤ ਜੀ। ਸਰ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਭਾਈ ਸਾਹਿਬ ਨੇ ਹੁਣੇ ਗੱਲ ਕਹੀ ਹੈ, ਜਾਂਚ ਹੋਏਗੀ, ਜੇ ਗਲਤ ਹੋਏਗਾ ਤਾਂ ਉਹਨੂੰ ਬੰਦ ਕੀਤਾ ਜਾਏਗਾ, ਜੇ ਠੀਕ ਹੋਏਗਾ ਤਾਂ ਉਹਨੂੰ ਕੰਮ ਕਰਨ ਦਿੱਤਾ ਜਾਏਗਾ। ਉਹ ਸਾਰਾ ਚੱਲ ਰਿਹਾ। ਤੁਹਾਡਾ ਇੱਕ ਬੈਠੇ ਕਿਸਾਨ
ਤੁਸੀਂ ਆਪਣੇ ਮੂੰਹੋਂ ਕਹਿ ਰਹੇ ਹੋ ਵੀ ਸਾਰੇ ਅਫਸਰ ਉੱਥੇ ਪਹੁੰਚੇ 24 ਘੰਟੇ ਜੇ ਫਿਰ ਵੀ ਆਪਾਂ ਉਹਨਾਂ ਤੋਂ ਸੰਤੁਸ਼ਟ ਨਹੀਂ ਹੈਗੇ ਤੇ ਦਈਆ ਸਾਹਿਬ ਨੇ ਜਿਹੜੀ ਗੱਲ ਇਹਨਾਂ ਨੂੰ ਸ਼ਾਂਤੀ ਰੱਖ ਕੇ ਗੱਲ ਸੁਣ ਲਓਗੇ ਮੇਰੀ, ਜੇ ਸ਼ਾਂਤੀ ਰੱਖੋ ਤਾਂ ਮੈਂ ਇੱਕ ਗੱਲ ਬੋਲਾਂ, ਸ਼ਾਂਤੀ ਰੱਖੋ ਤਾਂ ਇੱਕ ਗੱਲ ਬੋਲਾਂ। 26 ਤਰੀਕ ਨੂੰ ਸ਼ਿਕਾਇਤ ਕੀਤੀ ਸੀ ਤੇ ਅੱਜ ਤਰੀਕ ਕੀ ਹੋ ਗਈ ਹੈ ਤੁਹਾਡੀ ਜਾਣਕਾਰੀ ਦੇ ਵਿੱਚ ਦੱਸ ਦਵਾਂ 3 ਤਰੀਕ, ਠੀਕ ਹੈ ਜੀ। ਹੁਣ ਤੁਸੀਂ ਲਾ ਲਓ 26 ਤਰੀਕ ਤੋਂ ਲੈ ਕੇ 3 ਤਰੀਕ ਤੱਕ ਕੋਈ ਕਾਰਵਾਈ ਨਹੀਂ ਹੋਈ, ਹਾਲੇ ਵੀ ਤੁਸੀਂ ਇਹ ਕਹੋ ਕਿ ਸਬਰ ਰੱਖੋ, ਹਾਲੇ ਵੀ ਤੁਸੀਂ ਇਹ ਕਰੋ ਕਿ ਕਾਰਵਾਈ ਹੋਏਗੀ, ਤਾਂ ਅਜਿਹੇ ਦੇ ਵਿੱਚ ਤਾਂ ਕਿਸਾਨਾਂ ਦੇ ਖੇਤ ਨੇ ਜਿਹੜੇ ਉਹ ਜਾ ਕੇ ਜਦੋਂ ਰੇਤਾ 'ਚ ਮਿਲ ਜਾਣਗੇ ਤਾਂ ਜਾ ਕੇ ਕਾਰਵਾਈ ਹੋਏਗੀ। ਔਰ ਰੋਜ਼ ਦਾ 300 ਟਰੱਕ ਜਾ ਰਿਹਾ ਹੈ। ਹਰਪ੍ਰੀਤ ਜੀ 26 ਤਰੀਕ ਨੂੰ ਸ਼ਿਕਾਇਤ ਕੀਤੀ, ਐਸਐਸਪੀ ਸਾਹਿਬ ਮਿਲ ਲੈ, ਡੀਐਸਪੀ ਸਾਹਿਬ ਜਾਏ, ਤਹਿਸੀਲਦਾਰ ਸਾਹਿਬ ਜਾਏ, ਐਸਡੀਐਮ ਸਾਹਿਬ ਜਾਏ, ਉੱਥੇ ਮਾਈਨਿੰਗ ਫਿਰ ਵੀ ਹੋ ਰਹੀ ਹੈ, ਕਾਰਵਾਈ ਫਿਰ ਵੀ ਨਹੀਂ ਹੋਈ। ਇਸ ਤੋਂ ਵੱਡਾ ਦੁਖਾਂਤ ਹੋ ਕੀ ਸਕਦਾ ਜੇ ਸ਼ਾਇਦ ਸੁਣਵਾਈ ਨਾ ਹੁੰਦੀ, ਜੇ ਉਹ ਮਾਈਨਿੰਗ ਵਾਲੀ ਥਾਂ ਤੇ ਨਾ ਜਾਂਦੇ ਸ਼ਾਇਦ ਦੁੱਖ ਘੱਟ ਹੁੰਦਾ। ਉਹ ਮਾਈਨਿੰਗ ਵਾਲੀ ਥਾਂ ਤੇ ਜਾ ਵੀ ਆਏ, ਸਭ ਕੁਝ ਅੱਖੀ ਦੇਖ ਵੀ ਆਏ, ਤਾਂ ਵੀ ਕਾਰਵਾਈ ਨਹੀਂ ਹੋਈ। ਇਹ ਜ਼ਿਆਦਾ ਦੁੱਖ ਹੈ ਨਾ ਮਾਈਨਿੰਗ ਰੁਕੀ। ਮੈਂ ਤੁਹਾਨੂੰ ਦੱਸਾਂ ਵੈਸੇ ਦੀਆ ਸਾਹਿਬ, ਮੇਰਾ ਜਿੰਨਾ ਤਜਰਬਾ 15-20 ਸਾਲ ਦੇ ਪੱਤਰਕਾਰਤਾ ਆਪਾਂ ਕਰਦੇ ਆ, ਪ੍ਰੈਸ ਕਾਨਫਰੰਸ ਜਦੋਂ ਇਹ ਜੇ ਕੋਈ ਜਿਹੜੇ ਕਿਨੇ ਬੜੇ ਮਤਲਬ ਇੰਨੇ ਜ਼ਿਆਦਾ ਪੜ੍ਹੇ ਵੀ ਨਹੀਂ ਹੈ, ਬਿਲਕੁਲ ਸਿੱਧੇ ਸਾਦੇ ਬੰਦੇ ਆ, ਜ਼ਿਮੀਂਦਾਰ ਬੰਦੇ ਆ, ਉਹ ਜਦੋਂ ਇਹ ਜਿਹੀ ਪ੍ਰੈਸ ਕਾਨਫਰੰਸ ਜਦੋਂ ਕਰਦੇ ਆ ਕਿ ਜਿਹਨਾਂ ਨੂੰ ਇਹ ਵੀ ਨਹੀਂ ਪਤਾ ਪ੍ਰੈਸ ਨੋਟ ਕੀ ਬਣਾਉਣਾ, ਬੋਲਣਾ ਕੀ ਹੈ, ਕਿੱਦਾਂ ਹੁੰਦਾ, ਜਦੋਂ ਆ ਕੇ ਸੱਚੀ ਗੱਲ ਕਹਿੰਦੇ ਨੇ ਆ ਕੇ ਤਾਂ ਉਹ ਤੋਂ ਸਪਸ਼ਟ ਹੁੰਦਾ ਆ ਕੇ ਕਿ ਅਗਲਾ ਚੰਡੀਗੜ੍ਹ ਕੋਈ ਉਹਨੇ ਪ੍ਰੈਸ ਕਾਨਫਰੰਸ ਕੀਤੀ ਆ ਕੇ ਦੁੱਖ ਤਾਂ ਲੱਗਦਾ ਕਿ ਇਹ ਸਭ ਗੱਲ ਤਾਂ ਇੰਨੀ ਹੈ, ਕਾਰਵਾਈ ਇਹ ਨਹੀਂ ਇੱਕ ਇਹ ਜਿੱਥੇ ਬਾਕੀ ਥਾਂ ਵੀ ਇਲੀਗਲ ਦੀ ਮਾਈਨਿੰਗ ਹੋ ਰਹੀ ਹੈ, ਘੱਟੋ ਘੱਟ ਸਰਕਾਰ ਜਿਹੜੀ ਕਿਰਕਰੀ ਹੋ ਰਹੀ ਹੈ ਘੱਟੋ ਘੱਟ ਉਹਨੂੰ ਵਾਸਤੇ ਇਹ ਕਰਨਾ ਚਾਹੀਦਾ। ਇਹ ਤਾਂ ਮੇਰੇ ਖਿਆਲ ਅੱਜ ਬਿਠਾਇਆ ਗਿਆ ਕਿ ਇੱਕ ਉਦਾਹਰਨ ਹੈ ਜ਼ਿਮੀਂਦਾਰ ਸਾਹਮਣੇ ਬਿਠਾ ਕੇ, ਕੋਈ ਪੋਲੀਟੀਕਲ ਪਾਰਟੀ ਨਹੀਂ, ਆਮ ਆਦਮੀ ਪਾਰਟੀ ਬੀਜੇਪੀ ਕਾਲੀਆਂ ਦੀ ਗੱਲ ਨਹੀਂ ਹੈ। ਗੱਲ ਤਾਂ ਇਹ ਜੋ ਸਰਕਾਰ ਕਹਿ ਰਹੀ ਹੈ ਕਰਨੀ ਕਥਨੀ ਫਰਕ ਹੁੰਦਾ। ਇਹ ਜ਼ਿਮੀਂਦਾਰ ਰੋ ਰਿਹਾ, ਇਹਨੂੰ ਸੁਣਵਾਈ ਕੀਤੀ ਜਾਵੇ, ਇਹ ਜ਼ਿਮੀਂਦਾਰ ਕਲਪ ਰਿਹਾ। ਗੱਲ ਤਾਂ ਇਹਨਾਂ ਦੀ ਜੀਰੀ ਦੀ ਵੀ ਗੱਲ ਨਹੀਂ ਹੈ, ਗੱਲ ਤਾਂ ਇਲੀਗਲ ਮਾਈਨਿੰਗ ਹੋ ਰਹੀ ਹੈ ਉਹਦੇ ਨਾਲ ਜੋ ਅੱਗੇ ਨੁਕਸਾਨ ਹੋਣੇ ਆ ਉਹਨੂੰ ਰੋਕਣ ਵਾਸਤੇ ਚੱਲ ਰਿਹਾ। ਨਾਲੇ ਵੱਡੀ ਗੱਲ ਇਹ ਹੈ ਕਿ ਤੁਸੀਂ ਤਾਂ ਮੰਨਣ ਨੂੰ ਵੀ ਤਿਆਰ ਨਹੀਂ ਹੋ, ਕਾਰਵਾਈ ਦਾ ਭਰੋਸਾ ਤਾਂ ਬੜੀ ਦੂਰ ਦੀ ਗੱਲ ਹੈ। ਤੁਸੀਂ ਤਾਂ ਇਹਨਾਂ ਨੂੰ ਭਰੋਸਾ ਵੀ ਨਹੀਂ ਦਿਵਾ ਰਹੇ ਕਿ ਕਾਰਵਾਈ ਹੋਏਗੀ, ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਇਹ ਵੀ ਝੂਠੇ ਨੇ ਔਰ ਝੂਠਾ ਦਾ ਪਲੰਦਾ ਹੈ ਸਾਰਾ ਕੁਝ। ਹਰਪ੍ਰੀਤ ਜੀ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਕੀ ਸਾਨੂੰ ਆਪਣੇ ਅਫਸਰਾਂ ਦੇ ਉੱਤੋਂ ਵੀ ਵਿਸ਼ਵਾਸ ਉੱਠ ਗਿਆ? ਉਹ ਜਦੋਂ ਸਾਰੇ ਜਣੇ ਉੱਥੇ ਗਏ ਨੇ, ਦੇਖ ਕੇ ਆਏ ਨੇ, ਜੇ ਕੁਝ ਉੱਥੇ ਇਲੀਗਲ ਹੋਏਗਾ ਨਜ਼ਰ ਆ ਰਹੀ ਨਾ, ਜਦੋਂ ਕਾਰਵਾਈ ਨਾ ਹੋਵੇ ਤਾਂ ਐਕਸ਼ਨ ਲਿਆ ਜਾਏਗਾ। ਚਲੋ ਇਹ ਵੀ ਦੱਸ ਦਿਓ ਕਦੋਂ ਐਕਸ਼ਨ ਲਓਗੇ? ਜਦੋਂ ਸਾਡੇ ਮੈਨੂੰ ਇੱਕ ਗੱਲ ਸਮਝੋ ਵੀ ਜਿਨ੍ਹਾਂ ਨੇ ਲੋਕ ਸੁਣ ਲਓ ਤੁਸੀਂ, ਜਿਹੜੇ ਕਿਸਾਨ ਭਾਈਚਾਰੇ ਦੇ ਵੀ ਕਾਰੋਬਾਰ ਵੀ ਤਾਂ ਕਰਨ ਦੇ ਸਰਕਾਰ ਬੋਲੋ ਜਿਵੇਂ ਤੇ ਉੱਥੇ ਹਾਲਾਤ ਨੇ, ਲੱਗਦਾ ਕਿ ਇੰਤਜ਼ਾਰ ਕੀਤਾ ਜਾ ਸਕਦਾ। ਸਾਡਾ ਸਰ ਝੋਨਾ ਨਹੀਂ ਸਿਰੇ ਚੜਨਾ, ਸਾਡੀਆਂ ਪੈੜੀਆਂ ਡਿੱਗ ਪੈਣਗੀਆਂ, ਕਰਜ਼ੇ ਅਸੀਂ ਲਏ ਹੋਏ ਨੇ, ਕਰਜ਼ੇ ਅਸੀਂ ਉਤਾਰ ਨਹੀਂ ਸਕਣੇ, ਭੁੱਖੇ ਮਰਾਂਗੇ, ਅਸੀਂ ਮੁੜ ਕੇ ਖੁਦਕੁਸ਼ੀਆਂ ਕਰਾਂਗੇ। ਠੀਕ ਹੈ ਜੀ। ਸਾਡੇ ਜਦੋਂ ਸਾਨੂੰ ਇਹ ਝੂਠਾ ਕਰ ਰਹੇ ਨੇ, ਮੌਕੇ ਤੇ ਜਾ ਕੇ ਤੁਸੀਂ ਟੀਮ ਇੱਥੋਂ ਭੇਜੋ ਚੰਡੀਗੜ੍ਹ ਤੋਂ, ਜਦੋਂ ਚੰਡੀਗੜ੍ਹ ਦਾ ਨਾਂ ਇੱਥੋਂ ਟੀਮ ਭੇਜੋ, ਮੌਕਾ ਜਿਹੜਾ ਛੱਡ ਦੋ ਤੁਸੀਂ ਇੱਥੋਂ ਟੀਮ ਭੇਜੋ, ਜਾ ਕੇ ਮੌਕਾ ਦੇਖੋ ਕੀ ਹੁੰਦਾ। 20 ਲੱਖ ਦੀਆਂ ਲਿਮਟਾਂ ਬਣਾਈਆਂ, ਉਹ ਅਸੀਂ ਕਿੱਥੋਂ ਤਾਰਾਂਗੇ, ਬੱਚੇ ਕਿੱਥੋਂ ਪਾਲਾਂਗੇ? ਤੁਹਾਨੂੰ ਮੈਨੂੰ ਦਿੱਕਤ ਕੀ ਆ ਰਹੀ? ਸਾਨੂੰ ਤਾਂ ਕੀਰੀ ਪਰ ਜਦੋਂ ਸਾਡੇ ਖਾਣ ਨੂੰ ਕੁਝ ਨਾ ਰਿਹਾ ਸੀ, ਦੱਸੋ ਕਿੱਧਰ ਕਰਾਂਗੇ, ਅਸੀਂ ਮਰਨਾ ਹੀ ਆ। ਅੱਛਾ ਇੱਕ ਗੱਲ ਫੋਮਨ ਸਿੰਘ ਜੀ, ਜਿਹੜੇ ਮਾਈਨਿੰਗ ਕਰ ਰਹੇ ਨੇ ਉਹ ਮਾਈਨਿੰਗ ਤੁਹਾਡੀ ਜਗ੍ਹਾ ਤੇ ਤਾਂ ਕਰ ਨਹੀਂ ਰਹੇ, ਉਹ ਜਿਹੜੀਆਂ ਦੂਜੀਆਂ ਥਾਵਾਂ ਤੇ ਕਰ ਰਹੇ ਨੇ, ਫਿਰ ਤੁਹਾਨੂੰ ਦਿੱਕਤ ਕੀ ਆ ਰਹੀ? ਸਾਨੂੰ ਦਿੱਕਤ ਜਦੋਂ ਨੀਵੇਂ ਥਾਂ ਬਾਰਿਸ਼ ਹੋਏ, ਸਾਡੇ ਖੇਤ ਰੋਡ ਉਹਨਾਂ ਦੇ ਖੇਤਾਂ 'ਚ ਜਾ ਵੜਨਗੇ। ਕਿੰਨੇ ਫੁੱਟ ਡੂੰਘੇ ਟੋਏ ਨਹੀਂ ਜੋ 35 ਫੁੱਟ ਤੇ 30-35 ਤੇ ਪਟਦੇ ਆ ਜੀ। ਜਿਹੜੇ ਕਹਿੰਦੇ ਡੈਂਪ ਕੀਤੇ ਉੱਤੇ ਢੇਰ ਆ, ਉਹ ਮਿੱਟੀ ਦੇ ਹੁੰਦੇ ਆ, ਥੋੜੇ ਜਿਹੜੇ ਮਿੱਟੀ ਰੇਤਾ ਤੋਂ ਬਿਨਾ ਹੁੰਦੀ, ਰੇਤਾ ਕੰਮ ਆਉਂਦੀ ਸੀਮੈਂਟ ਦੇ, ਜਿਹੜੇ ਸੀਮੈਂਟ ਦੇ ਨਹੀਂ ਕੰਮ ਆਉਂਦੇ ਉੱਤੇ ਢੇਰ ਕਹਿੰਦੇ, ਉਹ ਮੁੜ ਕੇ ਚੱਕ ਤੇ ਫਿਰ ਵਿੱਚ ਸਿੱਟ ਦਿੰਦੇ। ਉਹ 4-5 ਫੁੱਟ ਫਿਰ ਉਹ ਤਾਂ ਆ ਜਾਂਦਾ, ਕਿ 25 ਫੁੱਟ ਦਾ ਪੱਕਾ ਹੈਗਾ ਯਾਰ, 20 ਤੋਂ ਉੱਪਰ ਰਹਿਣਾ। ਦਈਆ ਸਾਹਿਬ 10 ਫੁੱਟ ਦੀ ਪਰਮਿਸ਼ਨ ਹੈ, ਸੁਣ ਲਓ 35 ਫੁੱਟ, ਫਿਰ 10 ਫੁੱਟ ਦੀ ਪਰਮਿਸ਼ਨ ਹੈ ਲੀਗਲ ਮਾਈਨਿੰਗ ਵਾਸਤੇ ਵੀ। ਔਰ ਉਸ ਤੋਂ ਵੱਡੀ ਗੱਲ ਇੱਕ ਹੋਰ ਗੱਲ ਜਿਹੜੀ ਵਾਰ-ਵਾਰ ਸਾਹਮਣੇ ਆ ਰਹੀ ਹੈ ਕਿ ਲੋਕੀ ਡਰ ਕੇ ਉਹਨਾਂ ਥਾਵਾਂ ਤੇ ਜਾਂਦੇ ਹੀ ਨਹੀਂ। ਜੇ ਪੱਤਰਕਾਰ ਸੇਫ ਸਮਝਦੇ ਹੋ ਕਿ ਜੇ ਮੌਕੇ ਤੇ ਐਸਡੀਐਮ ਸਾਹਿਬ ਗਏ ਹੋਣਗੇ ਤੇ ਉੱਥੇ 30 ਫੁੱਟ ਦੀ ਦੱਸ ਦੇਣਾ ਕਿ ਜਿਹੜੀ ਹੋਏਗੀ, ਉਹ ਕਾਰਵਾਈ ਕਿਉਂ ਨਹੀਂ ਕਰਨੀ? ਉਹ ਸਾਰੇ ਝੂਠ ਬੋਲਦੇ ਨੇ ਮਾਈਨਿੰਗ ਐਕਟ ਦੇ ਮੁਤਾਬਕ। ਮੈਂ ਤੁਹਾਨੂੰ ਦੱਸਣਾ ਸਿੱਧਾ ਦੱਸਦਾ, ਝੂਠ ਬੋਲਦੇ। ਇੱਕ ਮਿੰਟ ਸੁਣੋ, ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ। ਹਾਂਜੀ ਫੋਮਨ ਸਰ ਤੁਸੀਂ ਇਹ ਦੇਖੋ ਵੀ ਜਦੋਂ 300 ਨਾਗ ਨਿਕਲਦਾ, ਇੱਕ ਨਾਗ ਦਾ ਪਰ 11,000 ਤੋਂ ਲੈ ਕੇ 13,000 ਤੱਕ ਉਹ ਠੇਕੇਦਾਰ ਲੈਂਦਾ। ਉਹ ਤਾਂ ਉਹਦੇ ਕਿੰਨੇ ਦੇ, ਇਹ ਕਹਿੰਦੇ ਸਾਡੀ ਇੱਕ ਦਿਹਾੜੀ ਦੀ 25 ਲੱਖ ਦੀ ਆਮਦਨ ਹੈ, ਇੱਕ ਦਿਹਾੜੀ ਦਾ ਪੈਸਾ ਵੰਡੇ ਸਾਡਾ ਸਾਰੇ ਪੰਜਾਬ ਨੂੰ ਮੁੱਲ ਲੈ ਲੈਂਦਾ। ਦੱਸੋ ਅਸੀਂ ਕਿੱਧਰ ਜਾਈਏ? ਉਹ ਸਿਰਫ ਇਹ ਕਹਿੰਦੇ ਇੱਕ ਦਿਹਾੜੀ ਦੇ ਜਿੰਨਾ ਸਾਡੀ ਆਮਦਨ ਹੈ ਉਹਨੇ ਨਾਲ ਪੰਜਾਬ ਮੁੱਲ ਲੈ ਸਕਦੇ, ਪੰਜਾਬ ਦੇ ਅਫਸਰ ਮੁੱਲ ਲੈ ਸਕਦੇ। ਹੁਣ ਦੱਸੋ ਜੀ ਦਈਆ ਸਾਹਿਬ, ਹੁਣ ਕੋਈ ਜਵਾਬ ਹੈਗਾ ਇਹਨਾਂ ਦੀਆਂ ਗੱਲਾਂ ਦਾ? ਸਰ ਮੈਂ ਤੁਹਾਨੂੰ ਹਰਪ੍ਰੀਤ ਜੀ ਦੁਬਾਰਾ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ
ਕਿ ਜੇ ਉੱਥੇ ਅਫਸਰ ਸਾਹਿਬਾਨ ਗਏ ਨੇ, ਅਫਸਰ ਸਾਹਿਬਾਨ ਜੋ ਵੀ ਉਹਦੇ 'ਚ ਜਾਇਜ਼ ਹੋਊਗਾ, ਆਪਾਂ ਨੂੰ ਆਪਣੇ ਪ੍ਰਸ਼ਾਸਨ ਤੇ ਵਿਸ਼ਵਾਸ ਤਾਂ ਰੱਖਣਾ ਚਾਹੀਦਾ ਹੈ ਨਾ। ਜੇ ਵਿਸ਼ਵਾਸ ਜਾਂ ਤਾਂ ਹੋਵੇ ਨਾ, ਤੁਸੀਂ ਸੁਣਵਾਈ ਨਹੀਂ ਹੋਈ, ਸੁਣਵਾਈ ਨਹੀਂ ਹੋਈ, ਸੁਣਵਾਈ ਆਪਾਂ ਤਾਂ ਕਹੀਏ ਨਾ, ਸੁਣਵਾਈ ਆਪਾਂ ਤਾਂ ਕਹੀਏ ਨਾ ਵੀ ਜੇ ਸੁਣਵਾਈ ਨਹੀਂ ਹੋਈ, ਸੁਣਵਾਈ ਨਹੀਂ ਹੋਈ, ਆਪਾਂ ਇਹ ਗੱਲ ਸਮਝ ਰਹੇ ਕਿ ਜੋ ਆਪਾਂ ਗੱਲ ਕਰ ਰਹੇ ਇਹੀ ਸੱਚੀ ਹੈ ਤੇ ਜੋ ਉੱਥੇ ਬੰਦੇ ਜੋ ਕਰਕੇ ਆਏ ਆ ਉਹ ਸਭ ਝੂਠ ਹੈ। ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ, ਦੇਖੋ ਸਰਕਾਰ ਦੀ ਇੰਟੈਂਸ਼ਨ ਕੀ ਹੈ। ਮੈਂ ਅੱਜ ਵੀ ਪੜ੍ਹ ਰਿਹਾ ਸੀਗਾ, ਪਹਿਲੇ ਵੀ ਇਹਨਾਂ ਦਾ ਬਾਰ-ਬਾਰ ਸਿੱਧੂ ਸਾਹਿਬ ਦਾ ਵੀ ਬਿਆਨ ਆਇਆ, ਕਿਉਂਕਿ ਇਸ ਪਾਲਿਸੀ ਨੂੰ ਬਣਾਉਣ 'ਚ ਉਹਨਾਂ ਦਾ ਵੀ ਰੋਲ ਰਿਹਾ। ਸਰਕਾਰ ਦੀ ਇੰਟੈਂਸ਼ਨ ਉਹ ਇਹ ਕਹਿੰਦੇ ਹੈ ਕਿ ਵੀ ਇੱਕ ਸਟੇਟ ਦਾ ਨਾਮ ਲੈ ਕੇ ਕਹਿੰਦੇ ਵੀ ਉੱਥੇ ਸਿਰਫ ਇੱਕ ਨਦੀ ਹੈ ਔਰ ਸਰਕਾਰ ਉੱਥੋਂ 1400 ਕਰੋੜ ਰੁਪਇਆ ਕਮਾ ਰਹੀ ਹੈ। ਪੰਜਾਬ 'ਚ 3 ਦਰਿਆ ਵਗਦੇ ਆ ਤੇ ਸਾਨੂੰ ਸਿਰਫ 40 ਕਰੋੜ ਰੁਪਇਆ ਆਉਂਦਾ। ਇੰਟੈਂਸ਼ਨ ਇਹਨਾਂ ਦੀ ਹੈਗੀ ਹੈ ਕਿ ਸਿਰਫ ਅਸੀਂ ਪੈਸਾ ਕਿਵੇਂ ਲੈ ਕੇ ਆਈਏ, ਲੇਕਿਨ ਜਿਹੜਾ ਇੱਕ ਕਿਸਾਨ ਸਾਹਮਣੇ ਬੈਠਾ ਰੋ ਰਿਹਾ ਹੈ। ਦਈਆ ਸਾਹਿਬ, ਮੈਨੂੰ ਬੜਾ ਅਫਸੋਸ ਹੈ, ਤੁਸੀਂ ਡਾਕਟਰ ਹੋ, ਮੈਂ ਤੁਹਾਡੀ ਇੱਜ਼ਤ ਕਰਦਾ, ਲੇਕਿਨ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ। ਤੁਹਾਨੂੰ ਮੈਂ ਇਹ ਸਮਝਦਾ ਸੀ ਕਿ ਤੁਸੀਂ ਫੁੰਮਨ ਸਿੰਘ ਨੂੰ ਕਹੋਗੇ ਵੀ ਤੁਹਾਡਾ ਕੇਸ ਮੈਂ ਪੈਰਵੀ ਕਰੂੰਗਾ ਔਰ ਦੇਖਾਂਗਾ ਕਿ ਇਹਦੀ ਇਨਕੁਆਇਰੀ ਹੋਵੇ, ਕਿਉਂ ਨਹੀਂ ਅਫਸਰਾਂ ਨੇ ਕਾਰਵਾਈ ਕੀਤੀ। ਕਿਤੇ ਅਫਸਰ ਦੀ ਕਿਤੇ ਮਿਲੀ ਭਗਤਾਂ ਨਹੀਂ। ਪਰ ਮੈਂ ਇਸ ਗੱਲ ਤੋਂ ਹੈਰਾਨ ਹੈ, ਇਸ ਇਨਸੈਂਸਿਟਿਵਨੈਸ ਸਰਕਾਰ ਦੀ ਤੋਂ ਹੈਰਾਨ ਹੈ ਕਿ ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਕਿ ਤੁਸੀਂ ਇੰਤਜ਼ਾਰ ਕਿਉਂ ਨਹੀਂ ਕਰ ਸਕਦੇ, ਸਬਰ ਕਿਉਂ ਨਹੀਂ ਕਰ ਸਕਦੇ ਕਿ ਉਹ ਅਫਸਰ ਝੂਠੇ ਹੈ। ਤੁਹਾਨੂੰ ਮੇਰੇ ਹਿਸਾਬ ਦੇ ਨਾਲ ਸਰਕਾਰ ਨੂੰ ਥੋੜਾ ਜਿਹਾ ਦੁਨੀਆ ਦੇ ਨਾਲ, ਜਨਤਾ ਦੇ ਨਾਲ ਔਰ ਗਰੀਬ, ਤੁਸੀਂ ਕਿਸਾਨਾਂ ਦਾ ਬਹੁਤ ਵੱਡਾ ਇਲੈਕਸ਼ਨਾਂ ਦੇ ਦਿਨਾਂ 'ਚ ਸਮਰਥਨ ਲੈ ਕੇ ਆਏ ਹੋ, ਤੁਸੀਂ ਕਿਸਾਨਾਂ ਦੀ ਖੁਦਕੁਸ਼ੀਆਂ ਤੇ ਕਰਜ਼ੇ ਤੇ ਸਾਰਾ ਕੁਝ ਕਰਕੇ ਆਏ ਹੋ। ਥੋੜੀ ਜਿਹੀ ਸੈਂਸਿਟਿਵਨੈਸ ਦਿਖਾਓ, ਹੋਰ ਅਸੀਂ ਕੁਝ ਨਹੀਂ ਕਹਿੰਦੇ। ਕੁਝ ਥੋੜੇ ਸ਼ਬਦਾਂ 'ਚ ਦੇਖੋ, ਸੈਂਸਿਟਿਵਨੈਸ ਦੀ ਗੱਲ ਤੁਸੀਂ ਕੀਤੀ, ਉਹ ਤਾਂ ਮੈਂ ਦੱਸ ਦਵਾਂ। ਸੈਂਸਿਟਿਵਨੈਸ ਜਲਾਲਾਬਾਦ ਜਿਵੇਂ ਪੱਤਰਕਾਰਾਂ ਤੇ ਅਟੈਕ ਹੋਇਆ, ਜਲਾਲਾਬਾਦ 'ਚ ਪਹਿਲਾਂ ਗੁੰਡਾ ਟੈਕਸ ਵਸੂਲ ਹੁੰਦਾ ਰਿਹਾ, ਹੁਣ ਵੀ ਹੁੰਦਾ ਹੋ ਰਿਹਾ ਹੋਏਗਾ। ਬਠਿੰਡਾ ਰਿਫਾਈਨਰੀ ਤੋਂ ਲੈ ਕੇ ਏਮਸ ਤੱਕ ਟ੍ਰੇਨ 'ਚ ਆਉਂਦਾ ਰੇਤਾ ਬਜਰੀ, ਟਰੱਕਾਂ 'ਚ ਨਹੀਂ ਆਉਂਦਾ ਗੁੰਡਾ ਟੈਕਸ ਵਸੂਲ ਹੋਏਗਾ। ਸਭ ਤੋਂ ਇੰਪੋਰਟੈਂਟ ਗੱਲ, ਅੱਜ BO ਫੋਰੈਸਟ ਦਾ ਬਲਾਕ ਅਫਸਰ ਅੱਜ ਵੀ ਬਿਲਕੁਲ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਆ ਤੁਹਾਡਾ SSP ਰਿਪੋਰਟ ਦਿੰਦਾ ਹੈ ਰੇਤਾ ਨਹੀਂ ਮਿੱਟੀ ਸੀਗੀ। ਉਸ ਤੋਂ ਬਾਅਦ ਰੋਪੜ ਸਾਡੇ ਆਮ ਆਦਮੀ ਪਾਰਟੀ ਦੇ MLA ਦਾ ਅਟੈਕ ਹੁੰਦਾ ਹੈ, 2 ਦਿਨ ਬਾਅਦ ਜਦ ਟੀਮ ਜਾਂਦੀ ਹੈ, ਜਿਸ ਦਿਨ ਅਟੈਕ ਹੁੰਦਾ 7000 ਕਿਊਬਿਕ ਪਾਣੀ ਚੱਲਦਾ ਹੁੰਦਾ ਉਸ ਦਰਿਆ 'ਚ, ਜਦ ਟੀਮ 2 ਦਿਨ ਬਾਅਦ ਜਾਂਦੀ ਹੈ ਇੰਸਪੈਕਸ਼ਨ ਕਰਨ ਵਾਸਤੇ ਸਰਕਾਰ ਦੀ, ਉਸ 'ਚ 14000 ਕਿਊਬਿਕ ਪਾਣੀ ਕਰ ਦਿੱਤਾ ਜਾਂਦਾ ਹੈ। ਔਰ ਇੱਕ ਪੱਤਰਕਾਰ ਜਾ ਕੇ ਉੱਥੇ ਚੈੱਕ ਕਰਦਾ ਹੈ, ਬਿਲਕੁਲ ਨੇੜੇ ਤੇ ਹੀ 5-5 ਫੁੱਟ ਡੂੰਗੀ ਖੱਡ, ਮਤਲਬ ਪਾਣੀਆਂ ਜੋ ਖੱਡਾਂ 'ਚੋਂ ਤੁਸੀਂ ਰੇਤਾ ਕੱਢ ਰਹੇ ਹੋ ਔਰ ਲੁਕਾਉਣ ਦਾ ਕੰਮ ਸਰਕਾਰ ਕਰ ਰਹੀ ਹੈ। ਦਈਆ ਸਾਹਿਬ, ਚਲੋ ਇਸ ਕੇਸ ਦੀ ਉਹ ਗੱਲ ਕਰ ਲੈਂਦੇ ਆ। ਹੁਣ ਫੁੰਮਨ ਸਿੰਘ ਨੂੰ ਭਰੋਸਾ ਕੀ ਦਿਵਾ ਰਹੇ ਹੋ? ਮੈਂ ਗੱਲ ਕਹਿਣੀ ਚਾਹੁੰਦਾ ਕਿ ਗੁੰਡਾ ਟੈਕਸ ਇਹਨਾਂ ਦੇ ਜਿਹੜੇ BB ਜੀ ਕੇਜਰੀਵਾਲ ਕੋ ਬੈਠੇ ਉਹ ਲਾਉਂਦੇ ਸੀਗੇ। ਸੋ ਮੈਂ ਤੁਹਾਨੂੰ ਇਹ ਗੱਲ, ਦੂਜੀ ਜਿਹੜੀ ਗੱਲ ਕਲੀਅਰ ਹੈ ਕਿ ਹਰ ਜਗ੍ਹਾ ਦੇ ਉੱਤੇ ਇਨਕੁਆਇਰੀ ਕਰੋ ਜੀ, ਆਪਣੀ ਇਨਕੁਆਇਰੀ ਕਰੋ, ਪਰਚਾ ਦਰਜ ਕਰੋ। ਅਸੀਂ ਆਪ ਕਹਿੰਦੇ ਪਰਚਾ ਦਰਜ ਕਰੋ ਤੇ ਅਸੀਂ ਗਲਤ ਆ, ਪਰਚਾ ਦਰਜ ਕਰੋ, ਮਿਸਲੀਡ ਨਾ ਕਰੋ ਪਬਲਿਕ ਨੂੰ। ਅਸੀਂ ਜਾ ਕੇ ਆਪਣੇ ਅਫਸਰ ਸਾਹਿਬਾਨ ਨੂੰ ਜ਼ਰੂਰ ਇਸ ਗੱਲ ਲਈ ਜਾਣੂ ਕਰਾਵਾਂਗੇ ਕਿ ਉੱਥੇ ਜੋ ਹੋ ਰਿਹਾ ਉਹ ਜੇ ਗਲਤ ਹੋ ਰਿਹਾ ਤੇ ਉਹਨੂੰ ਉਸੇ ਵੇਲੇ ਬੰਦ ਕਰਾਇਆ ਜਾਏਗਾ। ਪਰ ਮੈਂ ਜਿਹੜੀ ਦੂਜੀ ਗੱਲ, ਤੁਸੀਂ ਆਪਾਂ ਇੱਕ ਤਰਫਾ ਦੇਖ ਰਹੇ ਹਾਂ, ਆਪਾਂ ਦੂਜਾ ਪਾਸਾ ਵੀ ਅਫਸਰ ਸਾਹਿਬਾਨ ਦਾ ਸੁਣ ਕੇ ਜੋ ਵੀ ਬਣਦੀ ਕਾਰਵਾਈ ਹੈ ਉਹ ਕਰਵਾਈ ਜਾਏਗੀ। ਕਦੋਂ ਤੱਕ ਜੀ? 300 ਟਰੱਕ ਰੋਜ਼ ਦਾ ਨਿਕਲ ਰਿਹਾ ਹੈ, ਕਦੋਂ ਤੱਕ? ਕੈਪਟਨ ਸਾਹਿਬ ਜਦੋਂ ਹੈਲੀਕਾਪਟਰ ਦੀ ਜਾਣ ਦੀ ਵੇਟ ਕਰ ਰਹੇ ਹੋ ਕਿ ਕੈਪਟਨ ਸਾਹਿਬ ਹੈਲੀਕਾਪਟਰ ਲੈ ਕੇ ਜਾਣਗੇ ਫੇਰ ਕੁਝ ਹੋਏਗਾ? ਨਹੀਂ ਸਰ, 5 ਦਿਨ ਹੋ ਗਏ, 26 ਤਰੀਕ ਤੋਂ ਲੈ ਕੇ 3 ਤਰੀਕ ਹੋ ਗਈ ਅੱਜ। 26 ਤੋਂ ਲੈ ਕੇ 3 ਤਰੀਕ ਹੋ ਗਈ ਅੱਜ। 5 ਤਰੀਕ 15 ਟਰੱਕ ਨਿਕਲ ਚੁੱਕੇ ਉੱਥੋਂ। ਹੋਰ ਪਾਰਟੀ ਚ ਡਿਸਪਲਿਨ ਹੈ ਨਾ, ਸ਼ਬਦਾਵਲੀ ਚ ਡਿਸਪਲਿਨ ਹੈ, 1500 ਟਰੱਕ ਨਾ ਤੁਹਾਡੀ ਨੇਚਰ ਚ ਡਿਸਪਲਿਨ। ਹੁਣ ਤੱਕ ਤੁਹਾਡੀ ਕਾਰਵਾਈ ਨਹੀਂ ਹੋਈ, ਉਹ ਬੈਠਾ ਜ਼ਿਮੀਂਦਾਰ ਵੀਰ ਡਿਸਪਲਿਨ ਹੀ ਰਹਿਣਾ ਆਪਣਾ ਉੱਥੇ ਸਾਰਾ ਕੁਝ ਛੱਡ ਕੇ ਇੱਥੇ ਚੰਡੀਗੜ੍ਹ ਇਨਸਾਫ ਦੀ ਗੁਹਾਰ ਤੇ ਬੈਠਾ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਅਸੀਂ ਉਮੀਦ ਇਹੀ ਕਰਦੇ ਹਾਂ ਕਿ ਹੋਰ ਕਿਸੇ ਦਿਨ ਦੀ ਘੱਟੋ ਘੱਟ ਫੁੰਮਨ ਸਿੰਘ ਦੀ ਫਰਿਆਦ ਜਿਹੜੀ ਹੈ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਜਾਵੇ, ਕਿਉਂਕਿ ਜਿਹੜੀਆਂ ਮੁਸ਼ਕਲਾਂ ਇਹਨਾਂ ਨੂੰ ਆ ਰਹੀਆਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਖੇਤਾਂ ਦੇ ਵਿੱਚ ਜਿਹੜਾ ਝੋਨਾ ਲਾਇਆ ਹੋ ਉਹ ਵੀ ਰੁੜ ਜਾਣਾ ਜੇ ਹਾਲਾਤ ਰਹੇ। 300 ਟਰੱਕ ਟਿੱਪਰ ਰੋਜ਼ ਉੱਥੋਂ ਨਿਕਲ ਰਿਹਾ ਔਰ ਤੁਸੀਂ ਇਹ ਅੰਦਾਜ਼ਾ ਲਾਓ ਕਿ ਇਹ ਇਲੀਗਲ ਹੈ ਜਾਂ ਲੀਗਲ ਹੈ। ਇਹ ਅਸੀਂ ਜਨਤਾ ਤੇ ਛੱਡਦੇ ਹਾਂ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਹਾਂਜੀ ਇੱਕ ਆਖਰੀ ਸਟੇਟਮੈਂਟ ਫੁੰਮਨ ਸਿੰਘ ਦੀ ਵੀ ਸਰ, ਮੇਰੀ ਬੇਨਤੀ ਇਹ ਹੈਗੀ ਹੈ ਵੀ ਸਾਨੂੰ ਤਾਂ ਹੁਣ ਇੱਥੇ ਖਤਰਾ ਬਣਾ ਵੀ ਉਹਨਾਂ ਨੇ ਤਾਂ ਕਾਰਵਾਈ ਕੀ ਹੋਣੀ, ਇਹ ਸਾਡੇ ਤੇ ਨਾ ਹੋ ਜਾਵੇ। ਪੈਸੇ ਦੇ ਜ਼ੋਰ ਤੇ ਠੇਕੇਦਾਰ ਕੁਝ ਵੀ ਕਰਾ ਸਕਦਾ, ਸਾਡੇ ਤੇ ਹਮਲਾ ਵੀ ਕਰਾ ਸਕਦਾ, ਸਾਡੇ ਤੇ ਅਫਸਰਾਂ ਨਾਲ ਮਿਲ ਕੇ ਸਾਡੇ ਤੇ ਕੋਈ ਕੇਸ ਵੀ ਪਵਾ ਸਕਦਾ। ਸਾਡੀ ਤਾਂ ਬੇਨਤੀ, ਸਾਡੀ ਕੋਈ ਆਪਣੇ ਸਾਹਿਬ ਅੱਗੋਂ ਬੋਲਦੇ, ਮੈਂ ਤਾਂ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ, ਸਾਨੂੰ ਹਰ ਪਾਸੇ ਖਤਰਾ ਬਣਾ ਖੜਾ। ਸਾਡੇ ਤੇ ਕਿਰੇ ਜਾਨਲੇਵਾ ਹਵਾਲਾ ਨਾ ਕਰ ਦੇਵੇ, ਪੈਸੇ ਵਾਲਾ ਆਦਮੀ ਉਹ ਬਿੱਟੂ ਤੇ ਆਪਣੇ ਪ੍ਰਕਾਸ਼ ਸਿੰਘ ਕੋਟ ਇਸੇ ਖਾਂ ਤੇ ਨੇ। ਤੇ ਮੈਂ ਤਾਂ ਸਾਹਿਬ ਅੱਗੇ ਬੇਨਤੀ ਕਰਾਂ, ਹਾਂਜੀ ਦਈਆ ਸਾਹਿਬ, ਜਿੰਨੇ ਜੋ ਕਹੇਗਾ ਸਾਡੀ ਹੈਲਪ ਕਰੋ। ਦਈਆ ਸਾਹਿਬ ਘੱਟੋ ਘੱਟ ਇਹ ਤਾਂ ਭਰੋਸਾ ਦਵਾਈਏ, ਅਸੀਂ ਕਿੱਥੇ ਜਾਵਾਂਗੇ? ਸਰ ਹਰਪ੍ਰੀਤ ਜੀ, ਇਹਨਾਂ ਦੇ ਉੱਥੇ ਪਹੁੰਚਣ ਤੱਕ ਅਸੀਂ ਸਾਰਾ ਪਤਾ ਕਰਕੇ ਤੁਹਾਡੇ ਚੈਨਲ ਨੂੰ ਮੈਂ ਵਾਪਸ ਰਿਪੋਰਟ ਕਰਦਾ ਹਾਂ ਕਿ ਐਕਚੁਅਲ 'ਚ ਮਸਲਾ ਕੀ ਹੈ।
ਠੀਕ ਹੈ, ਬਹੁਤ ਬਹੁਤ ਮਿਹਰਬਾਨੀ ਦਈਆ ਸਾਹਿਬ। ਸਿਕਿਉਰਿਟੀ ਦੀ ਗੱਲ ਕਰੋ ਨਾ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਆਪਣੇ ਵਿਚਾਰ ਰੱਖਣ ਦੇ ਲਈ। ਉਮੀਦ ਅਸੀਂ ਇਹੀ ਕਰਦੇ ਹਾਂ ਕਿ ਫੁੰਮਣ ਸਿੰਘ ਦੀ ਫਰਿਆਦ ਤੇ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ, ਜਿਵੇਂ ਜੇ ਹਾਲਾਤ ਇਹਨਾਂ ਨੇ ਦੱਸੇ ਨੇ ਔਰ ਜਿਵੇਂ ਦੀ ਵੀਡੀਓ ਔਰ ਜਿਵੇਂ ਦੇ ਡਾਕੂਮੈਂਟਸ ਲੈ ਕੇ ਆਏ ਨੇ, ਉੱਥੋਂ ਸਾਫ਼ ਨਜ਼ਰ ਆਉਂਦਾ ਹੈ ਕਿ ਵਾਕਈ ਉੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।